ਹਰ 10 ਸਾਲਾਂ ਬਾਅਦ ਯਾਨੀ 30 ਤੋਂ 40 ਦੇ ਵਿੱਚ 10 ਸਾਲਾਂ ਦੇ ਅੰਦਰ ਅੰਦਰ ਸਾਡੇ 3 ਤੋਂ 5% ਪੱਠੇ ਜਾਂ ਮਸਲਸ ਘਟਣ ਲੱਗ ਜਾਂਦੇ। ਇਹ ਕੁਦਰਤ ਦੇ ਵੱਲੋਂ ਹੀ ਹੈ ਕਿ ਜੇ ਅਸੀਂ ਇਸੇ ਤਰ੍ਹਾਂ ਮਸਲਸ ਨੂੰ ਮੇਨਟੇਨ ਨਾ ਕਰੀਏ ਤਾਂ ਸਾਡੀਆਂ ਹੱਡੀਆਂ ਦਾ ਸੌਖਾ ਟੁੱਟ ਜਾਣਾ, ਇੰਜਰੀ ਹੁੰਦੀ ਰਹਿਣੀ, ਸੱਟਾਂ ਫੇਟਾਂ, ਬਈ ਅਸੀਂ ਐਨਾਬੋਲਿਕ ਸਟੀਰੋਇਡ ਲਾ ਰਹੇ ਹਾਂ, ਅਸੀਂ ਫਲਾਣੇ ਬਣਾ ਰਹੇ ਹਾਂ, ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਕਰਦਿਆਂ ਨੂੰ ਇਹ ਭੁੱਲ ਹੀ ਗਏ ਆ ਕਿ ਕੁਦਰਤ ਨੇ ਕਿੰਨੀ ਕਮਾਲ ਦੀ ਚੀਜ਼ ਇਹਨਾਂ ਦੇ ਵਿੱਚ ਭਰੀ ਹੈ। ਜੇ ਵਾਧੂ ਭਾਰ ਤੋਂ ਬਗੈਰ ਹੀ ਤੁਸੀਂ ਆਪਣੀਆਂ ਮਸਲਸ ਕਿਵੇਂ ਸਟਰੈਂਥ ਉਹਨਾਂ ਦੀ ਰੱਖਣੀ ਆ, ਉਹ ਬਹੁਤ ਜ਼ਰੂਰੀ ਜੇ। ਬਾਜ਼ਾਰਾਂ ਵਿੱਚ ਦਵਾਈਆਂ ਮਿਲਦੀਆਂ ਨੇ ਮੈਲੈਟੋਨਿਨ ਦੀਆਂ, ਖਾਧੀਆਂ ਜਾ ਸਕਦੀਆਂ ਨੇ, ਜਿਹਦੇ ਨਾਲ ਕਈ ਜਣੇ 7 ਦਿਨ ਲੈ ਕੇ ਇਹਦੇ ਨਾਲ ਆਰਾਮ ਮਹਿਸੂਸ ਕਰਦੇ ਨੇ। ਇਹ ਗੱਲ ਤਾਂ ਸਪਸ਼ਟ ਹੋ ਗਈ ਕਿ ਮੋਟੀ ਰਜਾਈ ਲੈਣੀ ਸਾਨੂੰ ਬੜੀ ਡੂੰਘੀ ਨੀਂਦਰ ਦਿੰਦੀ ਹੈ। ਜਿਨ੍ਹਾਂ ਦੀਆਂ ਮੋਟੀਆਂ ਰਜਾਈਆਂ ਸਨ ਉਹਨਾਂ ਵਿੱਚ ਮੈਲੈਟੋਨਿਨ ਵੱਧ ਨਿਕਲੀ, ਯਾਨੀ ਨੀਂਦਰ ਉਹਨਾਂ ਦੀ ਉਖੜੀ ਵੀ ਘੱਟ, ਵਧੀਆ ਨੀਂਦਰ ਵੀ ਲੈ ਗਏ। ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਮੋਟੀ ਰਜਾਈ ਲੈ ਕੇ ਅਸੀਂ ਜਦੋਂ ਉਹਦੇ ਵਿੱਚ ਆਲੇ ਦੁਆਲੇ ਲਪੇਟ ਕੇ ਉਹਨੂੰ ਪੈ ਜਾਂਦੇ ਹਾਂ ਤੇ ਤੁਸੀਂ ਹੈਰਾਨ ਹੋਗੇ 30% ਵੱਧ 30% ਇਹ ਜੋ ਸਾਡਾ ਮੈਲੈਟੋਨਿਨ ਦੀ ਸਿਕਰੀਸ਼ਨ ਵੱਧ ਜਾਂਦੀ। ਆਪਣੀ ਇਸੇ ਤਰ੍ਹਾਂ ਕੋਈ ਚੀਜ਼ ਜਾਂ ਕਿਤਾਬ ਹੀ ਇੰਝ ਚੁੱਕ ਕੇ ਤੁਸੀਂ ਬਾਂਹ ਐਕਸਟੈਂਡ ਕਰਕੇ ਉੱਪਰ ਥੱਲੇ ਇੰਝ ਹੀ ਕਰ ਲਓਗੇ, ਉਹ ਬਹੁਤ ਜੇ ਹਲਕੀ ਜਿਹੀ ਵੀ ਤੁਸੀਂ ਦੇਖੋਗੇ ਕਿ ਉਸੇ ਨੂੰ ਤੁਸੀਂ ਪਹਿਲੇ 10 ਜਾਂ 15 ਵਾਰ ਕਹੋਗੇ ਇਹ ਕੀ ਹੈ, ਕੁਝ ਵੀ ਨਹੀਂ ਜ਼ੋਰ ਪਿਆ, ਪਰ ਉਸੇ ਚੀਜ਼ ਨੂੰ ਜਦੋਂ ਤੁਸੀਂ 10 15 20 ਜਾਂ 25 ਵਾਰ ਕਰੋਗੇ ਤੁਹਾਨੂੰ ਦਿਖਣ ਲੱਗ ਜਾਂਦਾ ਕਿ ਇਹ ਵਾਕਈ ਤੁਹਾਡੀ ਸਟ੍ਰੈਸ ਦਿੰਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੱਖੋ ਵੱਖਰੇ ਟੌਪਿਕਸ ਦੇ ਟੌਪਿਕਸ, ਭਾਵੇਂ ਸਮਾਜ ਦੇ ਨਾਲ ਰਿਲੇਟਡ ਹੋਣ, ਰਾਜਨੀਤਿਕ ਮਾਮਲਿਆਂ ਦੇ ਨਾਲ, ਧਾਰਮਿਕ ਮਾਮਲਿਆਂ ਦੇ ਨਾਲ, ਕੁੜੀਆਂ ਦੇ ਨਾਲ, ਔਰਤਾਂ ਦੇ ਨਾਲ, ਜਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਬਿਮਾਰੀਆਂ ਨੂੰ ਲੈ ਕੇ, ਗੱਲ ਕਰਦੇ ਹਾਂ ਸਰੀਰ ਨੂੰ ਲੈ ਕੇ ਕਿ ਕਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਖਾਣੀਆਂ ਚਾਹੀਦੀਆਂ ਨੇ ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕੀਏ, ਜਾਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ ਤਾਂ ਉਹਨਾਂ ਤੋਂ ਬਚਣ ਦੇ ਜਿਹੜੇ ਉਪਾਅ ਨੇ ਉਹ ਕੀ ਨੇ। ਸੋ ਇਹਨਾਂ ਸਾਰੇ ਹੀ ਟੌਪਿਕਸ ਤੇ ਸਾਡੇ ਨਾਲ ਬਣਦੇ ਨੇ ਪਟਿਆਲਾ ਤੋਂ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ। ਤੇ ਤੁਹਾਡੇ ਨਾਲ ਸਵੇਰੇ ਸਵੇਰੇ ਜਦੋਂ ਇਸ ਤਰ੍ਹਾਂ ਰਿਕਾਰਡਿੰਗ ਦੇ ਵਿੱਚ ਆਈਦਾ ਨਾ, ਸੱਚੀ ਮੁੱਚੀ ਦਿਲ ਖੁਸ਼ੀ ਨਾਲ ਭਰ ਜਾਂਦਾ, ਕਿਉਂਕਿ ਤੁਹਾਡੀ ਪਿਆਰੀ ਜੀ ਮਿੱਠੀ ਦੀ ਆਵਾਜ਼ ਦੇ ਨਾਲ ਨਾ ਕੁਝ ਚਿਰਾਂ ਲਈ ਹਿਲੌਰਾ ਹੀ ਵੱਖ ਜਿਹਾ ਹੋ ਜਾਂਦਾ ਹੈ। ਜੀ ਜੀ। ਤੇ ਮੈਂ ਦਰਸ਼ਕਾਂ ਨੂੰ ਵੀ ਇੱਕ ਵਾਰ ਫਿਰ ਤੋਂ ਦੱਸ ਦਵਾਂ ਕਿ ਡਾਕਟਰ ਹਰਸ਼ਿੰਦਰ ਕੌਰ ਸ਼ਖਸੀਅਤ ਨੇ ਜੋ ਬੱਚਿਆਂ ਦੇ ਮਾਹਿਰ ਡਾਕਟਰ ਤਾਂ ਹੈ ਹੀ ਹੈ, ਤੇ ਨਾਲ ਦੀ ਨਾਲ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਵੀ ਇਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਕਿਤੇ ਵੀ ਕੋਈ ਵੀ ਕੁਤਾਹੀ ਵਰਤੀ ਜਾ ਰਹੀ ਹੋਵੇ, ਕਿਤੇ ਵੀ ਕੋਈ ਕੰਮ ਵਿਗੜ ਰਿਹਾ ਹੋਵੇ ਤਾਂ ਉਸ ਦੇ ਲਈ ਜੇ ਆਵਾਜ਼ ਚੁੱਕਣੀ ਹੋਵੇ ਤਾਂ ਪਹਿਲੇ ਨੰਬਰ ਤੇ ਆਵਾਜ਼ ਇਹਨਾਂ ਦੀ ਹੀ ਚੁੱਕੀ ਜਾਂਦੀ ਹੈ। ਇਸ ਲਈ ਹੀ ਪੰਜਾਬ ਦੇ ਵਿੱਚ ਨਹੀਂ, ਭਾਰਤ ਦੇ ਵਿੱਚ ਨਹੀਂ, 7 ਸਮੁੰਦਰ ਪਾਰ ਭਾਵੇਂ ਕੋਈ ਵੀ ਕਮਿਊਨਿਟੀ ਹੋਵੇ, ਸਾਰੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਸੋ ਮੈਮ, ਸ਼ੁਰੂਆਤ ਦੇ ਵਿੱਚ ਸਾਰੇ ਦਰਸ਼ਕ ਤੇ ਉਹਨਾਂ ਦੇ ਨਾਲ ਅਸੀਂ ਤੁਹਾਡੇ ਤੋਂ ਇੱਕ ਕਹਾਣੀ ਸੁਣਦੇ ਹੁੰਦੇ ਹਾਂ। ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਅੱਜ ਇੱਕ ਸ਼ਖਸੀਅਤ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਦੇਖੋ, ਕਿਸੇ ਵੀ ਬਾਰੇ ਜਦੋਂ ਗੱਲ ਕਰਨੀ ਹੋਵੇ ਨਾ, ਸਾਨੂੰ ਬਹੁਤ ਸੌਖਾ ਹੁੰਦਾ ਜੇ ਊਣਤਾਈਆਂ ਕੱਢਣੀਆਂ, ਬਹੁਤ ਹੀ ਸੌਖਾ। ਕਰੋੜਾਂ, ਸ਼ਾਇਦ ਮੈਂ ਹੀ ਤੁਹਾਡੇ ਕੋਲ ਬੈਠੀ ਮੈਂ ਆਪਣੇ ਵਿੱਚ ਹੀ ਜੇ ਝਾਤ ਮਾਰਾਂ ਤੇ ਖਰੇ ਮੇਰਾ ਖਿਆਲ ਸਭ ਤੋਂ ਵੱਧ ਮੇਰੇ 'ਚ ਹੀ ਊਣਤਾਈਆਂ ਹੋਣੀਆਂ ਨੇ। ਪਰ ਜਦੋਂ ਕਿਸੇ ਦੀ ਜਦੋਂ ਕੋਈ ਤੁਰ ਜਾਂਦਾ ਹੈ, ਉਹਦੇ ਤੁਰ ਜਾਣ ਬਾਅਦ ਜਦੋਂ ਉਹਦੇ ਕੰਮ ਭੁੱਲਦੇ ਹੋਣ, ਉਹਦਾ ਕਿਰਦਾਰ ਉਸ ਤੋਂ ਬਾਅਦ ਵੀ ਤੁਰ ਜਾਣ ਬਾਅਦ ਜ਼ਿੰਦਾ ਰਹਿੰਦਾ ਹੋਵੇ ਤਾਂ ਕੁਝ ਤਾਂ ਜ਼ਰੂਰ ਉਸ ਕਿਰਦਾਰ 'ਚ, ਉਸ ਸ਼ਖਸੀਅਤ ਵਿੱਚ ਖਾਸੀਅਤ ਹੁੰਦੀ ਹੈ। ਮੈਂ ਅੱਜ ਗੱਲ ਕਰਨਾ ਚਾਹੁੰਦੀ ਹਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੀ। ਜੀ। ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨਾਲ ਉਹਨਾਂ ਦਾ ਵਾਹ ਇਸ ਕਰਕੇ ਸੀ ਕਿ ਉਹ ਕਿਤਾਬਾਂ ਦੇ ਬਹੁਤ ਸ਼ੌਕੀਨ ਸਨ ਖੁੱਡੀਆਂ ਜੀ। ਤੇ ਮੇਰੇ ਪਾਪਾ ਜੀ ਨਾਲ ਕਈ ਵਾਰ ਉਹਨਾਂ ਨੇ ਗੱਲਬਾਤ ਜੋ ਕੀਤੀ ਜਾਂ ਕੁਝ ਸਾਂਝ ਵਿਚਾਰ ਵਟਾਂਦਰਾ ਕਿਸੇ ਨਾ ਕਿਸੇ ਇਤਿਹਾਸਿਕ ਤੱਥ ਉੱਤੇ, ਕਿਸੇ ਯਾਨੀ ਕੋਈ ਵਿਸ਼ਵ ਪੱਧਰ ਦੀ ਕੋਈ ਨਵੀਂ ਕਿਤਾਬ ਆਈ ਹੋਵੇ ਉਹਦੇ ਬਾਰੇ ਚਰਚਾ ਕਰਨ ਬਾਰੇ। ਤੇ ਮੈਂ ਉਹਨਾਂ ਨੂੰ ਕਦੇ ਮਿਲੀ ਨਹੀਂ, ਕਦੇ ਵੀ।
ਪਰ ਮੈਂ ਆਪਣੇ ਪਾਪਾ ਜੀ ਦੇ ਮੂੰਹੋਂ ਜੋ ਚੀਜ਼ਾਂ ਦੋ ਕੁ ਸੁਣੀਆਂ ਤੇ ਜੋ ਲੋਕ ਉਹਨਾਂ ਦੇ ਜਦੋਂ ਮੌਤ ਹੋ ਗਈ ਸੀ ਉਸ ਤੋਂ ਬਾਅਦ ਗਏ, ਜੀ। ਜੋ ਚੀਜ਼ਾਂ ਉਦੋਂ ਸਾਹਮਣੇ ਆਈਆਂ ਸਿਰਫ ਉਹਨਾਂ ਦਾ ਹੀ ਜ਼ਿਕਰ ਕਰਨਾ ਚਾਹਾਂਗੀ। ਹੂੰ। ਵੇਖੋ, ਕਹਿੰਦੇ ਸਨ ਕਿ ਮੇਰੀ ਪਹਿਲੀ ਮੁਲਾਕਾਤ, ਮੈਂ ਪਾਪਾ ਜੀ ਦੀ ਗੱਲ ਕਰ ਰਹੀ ਹਾਂ, ਕਹਿੰਦੇ ਮੇਰੀ ਪਹਿਲੀ ਮੁਲਾਕਾਤ ਜਗਦੇਵ ਸਿੰਘ ਕੁੱਡੀਆਂ ਜੀ ਨਾਲ ਉਦੋਂ ਹੋਈ ਜਦੋਂ ਅਸੀਂ 15 ਸੈਕਟਰ ਦੀ ਮਾਰਕੀਟ ਚੰਡੀਗੜ੍ਹ ਦੇ ਵਿੱਚ ਕਿਤਾਬਾਂ, ਜਿਵੇਂ ਤੁਸੀਂ ਦੇਖਦੇ ਹੋ ਕੋਨੇ ਤੇ ਪਈਆਂ ਹੁੰਦੀਆਂ ਨੇ, ਤਾਂ ਉਦੋਂ ਹੀ ਉੱਥੇ ਕਿਤਾਬਾਂ ਦਾ ਸਟਾਲ ਸੀ, ਜ਼ਮੀਨ ਤੇ ਹੀ ਉੱਥੇ ਸਾਈਡ ਤੇ ਬੈਠ ਕੇ ਪਾਪਾ ਜੀ ਵੀ ਇਸ ਤਰ੍ਹਾਂ ਲੱਭ ਰਹੇ ਸਨ ਏਦਾਂ ਕਿਤਾਬਾਂ ਕੋਈ, ਤੇ ਨਾਲ ਹੀ ਇੱਕ ਹੋਰ ਵੀ ਬੰਦਾ ਇਸੇ ਤਰ੍ਹਾਂ ਹੀ ਬੈਠ ਕੇ ਲੱਭ ਰਿਹਾ ਸੀ, ਕੁਝ ਕਿਤਾਬਾਂ ਦਾ ਢੇਰ ਇਕੱਠਾ ਕੀਤਾ ਤੇ ਉਹ ਬਣਵਾ ਕੇ ਕੁਝ ਥੈਲੇ ਚ ਪਾਈਆਂ, ਕੁਝ ਕੱਛ ਚ ਫਸਾਈਆਂ, ਉੱਠਣ ਲੱਗੇ ਤੇ ਪਾਪਾ ਜੀ ਵੀ 4-5 ਕਿਤਾਬਾਂ ਇੰਝ ਚੁਣ ਕੇ ਉੱਥੋਂ ਖਰੀਦ ਕੇ ਉੱਠੇ। ਜਦੋਂ ਆਮੋ ਸਾਹਮਣੇ ਇੱਕਦਮ ਖੜੇ ਹੋਏ ਦੋਵੇਂ ਜਣੇ ਤੇ ਕਹਿਣ ਲੱਗੇ, ਉਹ ਲੈ, ਤੁਸੀਂ ਹੋ ਪ੍ਰੋਫੈਸਰ ਪ੍ਰੀਤਮ ਸਿੰਘ ਜੀ? ਤੇ ਉਹ ਵੀ ਕਹਿਣ ਲੱਗੇ, ਅੱਛਾ ਕੁੱਡੀਆਂ ਜੀ ਤੁਸੀਂ ਹੋ? ਤੇ ਫਿਰ ਆਸ-ਪਾਸ ਦੇਖਣ ਲੱਗੇ ਕਿਉਂਕਿ ਉਦੋਂ ਉਹ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸਨ। ਜੀ ਜੀ। ਪਾਪਾ ਜੀ ਆਸ-ਪਾਸ ਦੇਖਣ ਲੱਗੇ ਕਿ ਇਹਨਾਂ ਦੀ ਕਾਰ ਹੋਊਗੀ ਸਰਕਾਰੀ ਇੱਥੇ ਜਿਹਦੇ ਚ ਜਾਣ ਲੱਗੇ ਨੇ, ਤੇ ਉਹ ਪੁੱਛਿਆ ਉਹਨਾਂ ਨੇ, ਕਿਤਾਬਾਂ ਮੈਂ ਚੁਕਵਾ ਦਿਆਂ ਨਾਲ? ਕਹਿੰਦੇ ਨਹੀਂ ਨਹੀਂ, ਇਹ ਤਾਂ ਮੈਂ ਚੱਕ ਕੇ ਚਲੇ ਜਾਣਾ, ਉੱਥੋਂ ਸਾਹਮਣੇ ਉਹ ਬੱਸ ਮਿਲਣੀ ਹੈ ਤੇ ਮੈਂ ਉਹਦੇ ਵਿੱਚ ਬੈਠ ਕੇ ਤੇ ਆਪਣੇ ਪਹੁੰਚ ਜਾਣਾ ਫਲੈਟ। ਯਾਨੀ ਕਮਾਲ ਦੀ ਗੱਲ ਸੀ ਕਿ ਅਸੀਂ ਅੱਜ ਦਾ ਮਾਹੌਲ ਜੇ ਝਾਤ ਮਾਰੀਏ, ਜਿੱਥੇ ਹਜ਼ਾਰਾਂ ਕਰੋੜਾਂ ਦੇ ਘਪਲੇ ਚੱਲ ਰਹੇ ਹੋਣ, ਜਿੱਥੇ ਕੋਈ ਵੀ ਅਜਿਹਾ ਨਾ ਕੰਮ ਦਿਸਦਾ ਹੋਏ ਜਿੱਥੋਂ ਚੂੰਡਿਆ ਨਾ ਗਿਆ ਹੋਵੇ, ਉੱਥੇ ਅਜਿਹਾ ਇਨਸਾਨ ਜਿਹੜਾ ਸਰਪੰਚ ਤੋਂ ਲੈ ਕੇ ਇਸ ਪੱਧਰ ਤੱਕ ਪਹੁੰਚਿਆ ਹੋਵੇ ਤੇ ਜਿਸਨੇ ਇਹ ਕਹਿਣਾ ਹੋਏ ਕਿ ਮੈਂ ਆਪੇ ਹੀ ਸਾਰਾ ਭਾਰ ਚੁੱਕ ਕੇ ਤੇ ਸਰਕਾਰੀ ਬੱਸ ਤੇ ਹੀ ਚਲਾ ਜਾਵਾਂਗਾ, ਨਾ ਕਿਸੇ ਨੂੰ ਚੁਕਾਉਣਾ ਹੈ ਭਾਰ ਤੇ ਨਾ ਹੀ ਮੈਂ ਸਰਕਾਰੀ ਅਮਲਾ ਫੇਲਾ ਵਰਤਣਾ ਹੈ। ਸਮਝ ਸਕਦੇ ਹਾਂ ਕਿ ਕੀ ਉਹਨਾਂ ਦੀ ਸ਼ਖਸੀਅਤ ਹੋਏਗੀ, ਕਿਸ ਜੀ ਤਰੀਕੇ ਦਾ ਉਹਨਾਂ ਦਾ। ਮੈਨੂੰ ਉਹਨਾਂ ਦੇ ਬਾਰੇ ਗੱਲ ਕਰਦਿਆਂ ਚੇਤੇ ਆਉਂਦਾ ਹੈ ਕਿ ਜਦੋਂ ਇਸੇ ਹੀ ਸਿਆਸਤ ਦੇ ਉਹ ਸ਼ਿਕਾਰ ਬਣੇ ਸਨ, ਕਿਉਂਕਿ ਬਤੌਰ ਇੱਕ ਡਾਕਟਰ ਜੋ ਜੀ। ਉਹਨਾਂ ਦੇ ਪੋਸਟਮਾਰਟਮ ਰਿਪੋਰਟਸ, ਕਿਉਂਕਿ ਉਹਨਾਂ ਨੇ ਗਾਇਬ ਹੋਣ ਦੀ ਜਦੋਂ ਚਰਚਾ ਛਿੜੀ ਸੀ ਕਿ ਇਹ ਹੈ ਹੀ ਨਹੀਂ, ਰਹੇ ਨਹੀਂ, ਉਦੋਂ ਕਾਫੀ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਇਹਨਾਂ ਬਾਰੇ ਇਹਨਾਂ ਦੇ ਰੌਲਾ ਪਾਇਆ ਗਿਆ ਕਿ ਖੁਦਕੁਸ਼ੀ ਕੀਤੀ ਆ। ਉਹ ਮੈਡੀਕਲ ਤੱਥ ਜੋ ਬੋਲਦੇ ਨੇ ਜਿਨ੍ਹਾਂ ਨੇ ਇਹਨਾਂ ਦਾ ਪੋਸਟਮਾਰਟਮ ਕੀਤਾ, ਉਦੋਂ ਵੀ ਕੁਝ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ ਕਿ ਕੀ ਬੰਦਾ ਮਾਰ ਕੇ ਸੁੱਟਿਆ ਗਿਆ ਪਾਣੀ ਦੇ ਵਿੱਚ ਜਾਂ ਪਹਿਲਾਂ ਡੁੱਬ ਕੇ ਮਰਿਆ ਸੀ, ਬੜੀ ਸਪਸ਼ਟ ਬਿਲਕੁਲ ਕਲੀਅਰ ਪਤਾ ਲੱਗ ਸਕਦਾ ਹੁੰਦਾ ਜੀ। ਜੀ ਤਾਂ ਉਹਨਾਂ ਦੇ ਬਿਲਕੁਲ ਕਲੀਅਰ ਸੀ ਜਦੋਂ ਬਾਡੀ ਮਿਲੀ ਕਿ ਕਿਸੇ ਨੇ ਮਾਰਨ ਤੋਂ ਬਾਅਦ ਉਹਨਾਂ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਸੀ। ਤੋ ਪਤਾ ਹੀ ਜੇ ਸਾਨੂੰ ਕਿ ਕਿਸ ਤਰੀਕੇ ਦੇ ਕਿਰਦਾਰ ਲੋਕ ਇੱਥੇ ਅੰਦਰ ਚਾਹੁੰਦੇ ਨੇ ਉੱਥੇ ਟਿਕੇ ਹੋਣ, ਕਿਉਂਕਿ ਆਮ ਤੌਰ ਤੇ ਇਹੋ ਜਿਹਾ ਜੋ ਸਿਆਸਤਦਾਨ ਬਹੁਤੇ ਲੋਕਾਂ ਨੂੰ ਪਚਦਾ ਨਹੀਂ ਕਿ ਇਹ ਕਿਉਂ ਇਸ ਤਰੀਕੇ ਦਾ ਹੈ। ਹੁਣ ਤੁਸੀਂ ਇੱਥੋਂ ਹੀ ਅੰਦਾਜ਼ਾ ਲਾਓ ਕਿ ਲੋਕ ਜਦੋਂ ਅਫਸੋਸ ਕਰਨ ਇਹਨਾਂ ਦੇ ਘਰ ਚ ਗਏ ਸੀ, ਇਹਨਾਂ ਦਾ ਘਰ ਕੱਚਾ ਸੀ, ਹੂੰ। ਚੁਬਾਰੇ ਦੇ ਵਿੱਚ ਤੁਸੀਂ ਸੋਚ ਕੇ ਵੇਖਿਓ ਕਿ ਇਸ ਤਰੀਕੇ ਦਾ ਸਿਆਸਤਦਾਨ ਜਿਨ੍ਹਾਂ ਨੂੰ ਲੋਕ ਕੰਨਾਂ ਚੋਂ ਵਾਲੀਆਂ ਲਾ ਲਾ ਵੀ ਅੱਗੇ ਸੁੱਟ ਦਿੰਦੇ ਸਨ, ਮੈਂ ਹੈਰਾਨ ਆ ਕਿ ਇੱਕ ਵੀ ਪੈਸਾ ਘਰ ਨਹੀਂ ਸੀ ਲਿਜਾਂਦੇ ਤੇ ਸਾਰਾ ਅਕਾਲ ਤਖ਼ਤ ਸਾਹਿਬ ਵੱਲ ਨੂੰ ਤੁਰ ਜਾਂਦੇ ਸਨ ਕਿ ਇਹ ਲੋਕਾਂ ਦਾ ਪੈਸਾ ਲੋਕਾਂ ਦੇ ਵਿੱਚ ਹੀ ਵਰਤਿਆ ਜਾਵੇ, ਉੱਥੇ ਹੀ ਇਹਨਾਂ ਦੇ ਕੰਮਕਾਰ ਲਈ ਆਵੇ। ਤੇ ਉਹਨਾਂ ਦਾ ਹੀ ਘਰ ਇਸ ਤਰੀਕੇ ਦਾ ਕੱਚਾ ਸੀ ਕਿ ਚੁਬਾਰੇ ਦੀਆਂ ਕੰਧਾਂ ਚੋਂ ਮੀਂਹ ਦੀਆਂ ਕਣੀਆਂ ਦੇ ਨਾਲ ਜਿਹੜੀਆਂ ਧਾਰਾਂ ਵਗੀਆਂ ਉਹ ਵੀ ਦਿਖ ਸਕਦੀਆਂ ਸਨ। ਉੱਥੇ ਕੋਈ ਤਾਕੀ ਨਹੀਂ ਸੀ ਉਹਨਾਂ ਦੀ, ਯਾਨੀ ਨੀਵੀਂ ਜਿਹੜੀ ਪਾਲਿਆਂ ਵਾਲੀ ਛੱਤ ਸੀ, ਰੋਸ਼ਨਦਾਨ ਪੂਰੇ ਤੂਸੇ ਪਏ ਸਨ ਕਿਤਾਬਾਂ ਦੇ ਨਾਲ। ਜੀ ਜੀ। ਹਰ ਕਿਸਮ ਦੀਆਂ ਇੰਟਰਨੈਸ਼ਨਲ, ਨੈਸ਼ਨਲ, ਤੁਸੀਂ ਹਰ ਕਿਸਮ ਦੀਆਂ ਅਲੱਗ-ਅਲੱਗ ਜ਼ਬਾਨਾਂ ਦੀਆਂ ਕਿਤਾਬਾਂ, ਸਾਰਾ ਹੀ ਕੁਛ ਉਹਨਾਂ ਨੇ ਉੱਥੇ ਸਾਂਭਿਆ, ਕਿਸੇ ਨੂੰ ਵੀ ਲੱਭ ਸਕਦਾ। ਜੀ। ਪੜ੍ਹਨ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ। ਪਰ ਇੱਕ ਇੰਟਰਸਟਿੰਗ ਚੀਜ਼ ਦੱਸਦੀ ਹਾਂ, ਇੱਕ ਬਰੀਫ ਕੇਸ ਉਹਨਾਂ ਦੇ ਕੋਲ ਹੋਇਆ ਕਰਦਾ ਜਦੋਂ ਵੀ ਉਹ ਸਫ਼ਰ ਕਰਦੇ ਸਨ। ਕਦੇ ਸਰਕਾਰੀ ਜਦੋਂ ਕੰਮ ਤੇ ਜਾਣਾ ਕਿਸੇ ਥਾਂ ਤੇ, ਜੇ ਉਦੋਂ ਸਰਕਾਰੀ ਗੱਡੀ ਵਰਤ ਵੀ ਲਈ, ਗਨਮੈਨ ਉਹ ਰੱਖਦੇ ਨਹੀਂ ਸਨ, ਤੇ ਉਦੋਂ ਇੱਕ ਬਰੀਫ ਕੇਸ ਜ਼ਰੂਰ, ਸਾਰੇ ਹੀ ਸੋਚਦੇ ਸਨ ਪਰ ਇਹ ਕਿਹੜੇ ਕੀਮਤੀ ਕਾਗਜ਼ ਨੇ
ਕੀ ਅੰਦਰ ਲੁਕਾਇਆ ਪਿਆ, ਕਿਸ ਤਰੀਕੇ ਦੀ ਚੀਜ਼ ਹੋਏਗੀ। ਸੋ ਇੱਕ ਕਤੂਲ ਸੀ ਜਿਹਨੂੰ ਕਿਸੇ ਦੇ ਸਾਹਮਣੇ ਖੋਲਦੇ ਨਹੀਂ ਸਨ। ਜੀ ਜੀ ਤਾਂ ਜਦੋਂ ਉਹ ਨਹੀਂ ਰਹੇ, ਬਰੀਫ ਕੇਸ ਖੋਲਿਆ ਗਿਆ, ਪਤਾ ਦੇ ਵਿੱਚ ਕੀ ਲੱਭਿਆ, ਜੀ ਉੱਥੇ ਗੁਟਕਾ ਸਾਹਿਬ ਉਹਨਾਂ ਨੇ ਇੱਕ ਰੱਖਿਆ ਹੋਇਆ ਸੀ, ਜਿਸ ਚੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਸਨ ਜਦੋਂ ਫ੍ਰੀ ਹੁੰਦੇ ਸਨ। ਤੇ ਕੈਸੇਟਸ ਸਨ ਕੁਛ ਇਸੇ ਤਰ੍ਹਾਂ ਸ਼ਬਦਾਂ ਦੀਆਂ, ਜੋ ਕੰਨਾਂ ਦੇ ਵਿੱਚ ਉਹ ਲਾ ਕੇ ਉੱਥੋਂ ਤੇ ਉਹ ਸੁਣ ਲਿਆ ਕਰਦੇ ਸਨ। ਯਾਨੀ ਮੈਂ ਸਿਰਫ ਦੱਸਣਾ ਇਹ ਚਾਹਿਆ ਕਿ ਇਹੋ ਜਿਹੀਆਂ ਸ਼ਖਸੀਅਤਾਂ ਵੀ ਸ਼ਿੰਗਾਰ ਹੋਇਆ ਕਰਦੀਆਂ ਸਨ ਸਿਆਸਤ ਦੀਆਂ, ਜਿੱਥੇ ਹੁਣ ਬਹੁਤ ਗੰਦਲਾ ਹੋ ਚੁੱਕਾ, ਇੱਕ ਦੂਜੇ ਤੇ ਚਿੱਕੜ ਸੁੱਟਣਾ ਜੋ ਸਾਨੂੰ ਵਿਖਾਉਣ ਲਈ ਹੁੰਦਾ, ਪਰ ਅੰਦਰ ਖਾਤੇ ਕਿਵੇਂ ਇੱਕ ਦੂਜੇ ਨੂੰ ਪਲੋਸਦੇ ਨੇ, ਕਿਵੇਂ ਲੋਕਾਂ ਨੂੰ ਸਿਰਫ ਮੂਰਖ ਬਣਾਉਣ ਲਈ ਆਪਸੀ ਤਾਲਮੇਲ ਰੱਖਦੇ ਨੇ। ਸੋ ਉਹਨਾਂ ਵਿੱਚ ਜੇ ਇਹੋ ਜਿਹੀ ਵੀ ਕਦੇ ਸ਼ਖਸੀਅਤ, ਜਿਹਦਾ ਕਿਹਾ ਜਾਂਦਾ ਹੈ ਕਿ ਬੋਰਡ ਦੇ ਥੱਲੇ ਅਗਲਾ ਬੋਰਡ ਕਦੇ ਹੁੰਦਾ ਨਹੀਂ, ਪਰ ਕੁਝ ਵਾਕਈ ਵੱਖ ਵਾਪਰਿਆ ਇਸ ਟੱਬਰ ਵਿੱਚ, ਕਿ ਉਹਨਾਂ ਦੇ ਪੁੱਤਰ ਨੇ ਇੱਕ ਕਾਗ ਸਿਆਸਤਦਾਨ, ਇੱਕ ਥੰਮ ਸਿਆਸਤ ਦਾ, ਸਾਡੇ ਜਿਹੜੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਢਾਹ ਲਿਆ ਉਹਨਾਂ ਦੇ ਪੁੱਤਰ ਨੇ। ਸੋ ਕੁਝ ਮਾਇਨੇ ਰੱਖਦਾ ਹੈ ਬੋਰਡ ਦੇ ਥੱਲੇ ਵੀ ਇਹੋ ਜਿਹੀ ਸ਼ਖਸੀਅਤ ਦਾ ਉਗਣਾ। ਖੈਰ, ਇਹ ਮੇਰਾ ਮਕਸਦ ਸਿਰਫ ਇਹ ਸੀ ਕਿ ਜਥੇਦਾਰ ਜਗਦੇਵ ਸਿੰਘ ਜੀ ਦੀ ਜ਼ਿੰਦਗੀ 'ਚ ਇੰਨਾ ਕੁ ਮਾਮੂਲੀ ਜਿਹੀ ਝਾਤ ਮਰਵਾ ਦਿਆਂ, ਪਰ ਹੈ ਤਾਂ ਬਹੁਤ ਕੁਛ ਉਹਨਾਂ ਦੇ ਬਾਰੇ ਕਹਿਣ ਨੂੰ। ਪਰ ਥੋੜਾ ਜਿਹਾ ਸਿਰਫ ਇਹ, ਜਦੋਂ ਅੱਜ ਕੱਲ ਦੇ ਮਾਹੌਲ 'ਚ ਅਸੀਂ ਦੇਖਦੇ ਹਾਂ ਕਿ ਲੁੱਟ ਖਸੁੱਟ ਮਚੀ ਹੋਈ ਏ, ਉਦੋਂ ਇਹੋ ਜਿਹਾ ਵੀ ਕੋਈ ਕਿਰਦਾਰ ਸੀ, ਇਹਦੇ ਬਾਰੇ ਜ਼ਰੂਰ ਸੀ ਗੱਲ ਕਰਨੀ। ਜੀ ਜੀ ਮੈਮ, ਤੇ ਉਹੀ ਕਿ ਅਕਸਰ ਜਿਹੜੇ ਦਰਸ਼ਕ ਹੁੰਦੇ ਨੇ ਉਹਨਾਂ ਨੂੰ ਤੁਹਾਡੀ ਕਹਾਣੀ ਦਾ ਇੰਤਜ਼ਾਰ ਰਹਿੰਦਾ। ਉਹ ਇੰਤਜ਼ਾਰ ਇਸੇ ਲਈ ਰਹਿੰਦਾ ਕਿਉਂਕਿ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ, ਬਹੁਤ ਕੁਝ ਜਾਣਨ ਦਾ ਮੌਕਾ ਮਿਲਦਾ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਸਰਚ ਵੀ ਕਰਦੇ ਨੇ, ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਨਹੀਂ ਪਤਾ ਹੁੰਦਾ। ਜਿਸ ਹਿਸਾਬ ਦੇ ਨਾਲ ਤੁਸੀਂ ਦੱਸਿਆ ਕਿ ਕਿਹੜੀਆਂ ਸ਼ਖਸੀਅਤਾਂ ਸੀ ਜਿਨ੍ਹਾਂ ਦਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਹੱਥ ਸੀ, ਤਾਂ ਗੱਲਾਂ ਉਹ ਵੀ ਕਰਦੇ ਆ ਕਿ ਜਦੋਂ ਇੱਦਾਂ ਦੀਆਂ ਚੰਗੀਆਂ ਸ਼ਖਸੀਅਤਾਂ ਕਿਸੇ ਨੂੰ ਰਾਸ ਨਹੀਂ ਆਉਂਦੀਆਂ ਤਾਂ ਉਹਨਾਂ ਨੂੰ ਮੌਤ ਕਿੱਦਾਂ ਦੀ ਦਿੱਤੀ ਜਾਂਦੀ ਹੈ। ਇਹ ਵੀ ਸਭ ਕੁਝ ਜਗ ਜ਼ਾਹਿਰ ਹੈ, ਕਿਉਂਕਿ ਸ਼ੁਰੂ ਤੋਂ ਹੀ ਇਹ ਸਭ ਕੁਝ ਚੱਲਦਾ ਆ ਰਿਹਾ। ਤੇ ਅੱਜ ਇਹ ਸਭ ਕੁਝ ਇੰਨਾ ਗੰਦਲਾ ਹੋ ਗਿਆ ਕਿ ਪੰਜਾਬ ਦੇ ਲੋਕਾਂ ਨੂੰ, ਵਿਚਾਰਿਆਂ ਨੂੰ ਇਹੀ ਨਹੀਂ ਸਮਝ ਆ ਰਿਹਾ ਕਿ ਜਿਵੇਂ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਪਹਿਲਾਂ ਹਮੇਸ਼ਾ ਅਕਾਲੀਆਂ ਨੂੰ ਜਿਤਾਇਆ ਜਾਂਦਾ ਸੀ, ਫਿਰ ਕਾਂਗਰਸ ਆ ਗਈ, ਫਿਰ ਦੋਨੋਂ ਪਾਰੀ ਖੇਡਣ ਲੱਗੇ, ਕਦੇ ਉਹ ਤੇ ਕਦੇ ਉਹ। ਤੀਜਾ ਬਦਲ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਲੱਭਿਆ, ਤਾਂ ਹੁਣ ਜਦੋਂ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਘੱਟ ਵੱਧ ਹੀ ਪੁੱਛ ਰਹੀ ਹੈ, ਤਾਂ ਹੁਣ ਉਹ ਚਾਹੁੰਦੇ ਨੇ ਵੀ ਅਸੀਂ ਜਾਈਏ ਤਾਂ ਕਿੱਧਰ ਜਾਈਏ। ਸੋ ਅਜਿਹੀਆਂ ਸ਼ਖਸੀਅਤਾਂ ਦੀ ਬੇਹੱਦ ਜ਼ਰੂਰਤ ਹੈ ਜੋ ਕਿ ਪੰਜਾਬ ਦੇ ਲੋਕਾਂ ਦੀ ਬਾਂਹ ਫੜ ਸਕਣ, ਜੋ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਰਸਤਾ ਦਿਖਾ ਸਕਣ, ਜੋ ਪੰਜਾਬ ਦਾ ਭਲਾ ਕਰ ਸਕਣ ਕਿ ਆਖਿਰਕਾਰ ਪੰਜਾਬ ਦੀ ਖੁਸ਼ਹਾਲੀ ਕਿਵੇਂ ਹੋ ਸਕਦੀ ਹੈ, ਕਿਵੇਂ ਜਿਹੜਾ ਨੌਜਵਾਨ ਵਰਗ ਹੈ ਦੇਸ਼ਾਂ ਨੂੰ, ਵਿਦੇਸ਼ਾਂ ਦੇ ਵਿੱਚ ਭੱਜ ਰਿਹਾ ਹੈ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਹੂਲਤਾਂ ਦੇਣੀਆਂ ਨੇ ਤਾਂ ਕਿ ਉਹ ਆਪਣੇ ਘਰਦਿਆਂ ਤੋਂ, ਆਪਣੇ ਮਾਪਿਆਂ ਤੋਂ, ਆਪਣੇ ਭੈਣਾਂ ਭਰਾਵਾਂ ਤੋਂ ਨਾ ਵਿਛੜ ਸਕਣ। ਅਸੀਂ ਪੰਜਾਬ ਦੇ ਵਿੱਚ ਬੈਠੇ ਹੀ ਉਹਨਾਂ ਨੂੰ ਵਧੀਆ ਸਹੂਲਤਾਂ ਦੇ ਸਕੀਏ, ਚੰਗੀ ਸਿਹਤ ਦੇ ਸਕੀਏ। ਨਸ਼ਿਆਂ ਤੋਂ ਜੋ ਇੰਨੇ ਟਰੱਕ ਭਰ ਕੇ ਅਸੀਂ ਕਵਾਂਗੇ, ਕਿਉਂਕਿ ਜਦੋਂ ਟਰੱਕਾਂ ਦੇ ਵਿੱਚ ਲੁਕੋ ਕੇ ਨਸ਼ਾ ਆਉਂਦਾ ਤਾਂ ਉਹਨੂੰ ਆਪਾਂ ਟਰੱਕ ਭਰ ਕੇ ਕਵਾਂਗੇ, ਤਾਂ ਕਿਸ ਤਰੀਕੇ ਦੇ ਨਾਲ ਨਸ਼ਾ ਆ ਰਿਹਾ, ਨਸ਼ਾ ਵਿਕ ਰਿਹਾ, ਨਸ਼ੇ ਦੇ ਬੋਰਡ ਲੱਗ ਰਹੇ ਨੇ, ਨੌਜਵਾਨ ਮੁੰਡੇ ਕੁੜੀਆਂ ਕੁਰਾਹੇ ਪੈ ਰਹੇ ਨੇ, ਸ਼ਰੇਆਮ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਤਾਂ ਕੋਈ ਤਾਂ ਐਸਾ ਸਿਆਸਤਦਾਨ ਹੋਏਗਾ ਜੋ ਇਹਨਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰੇਗਾ। ਸੋ ਇਸ ਕਹਾਣੀ ਤੋਂ ਵੀ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈ ਕਿ ਕੋਈ ਵਿਰਲਾ 92 ਚੋਂ ਕੋਈ ਵਿਰਲਾ ਤਾਂ ਹੋਏਗਾ ਜੋ ਇਸ ਵੱਲ ਨੂੰ ਚੱਲੇਗਾ, ਜੋ ਸਮਝੇਗਾ ਕਿ ਰਹਿੰਦੀ ਦੁਨੀਆ ਤੱਕ ਲੋਕ ਉਹਨੂੰ ਯਾਦ ਰੱਖਣ। ਦੇਖੋ, ਜ਼ਿੰਦਗੀ ਤੇ ਮੌਤ ਤਾਂ ਰੱਬ ਦੇ ਹੱਥ ਦੇ ਵਿੱਚ ਹੁੰਦੀ ਹੈ, ਕਿਸੇ ਨਾ ਕਿਸੇ ਹਿਸਾਬ ਦੇ ਨਾਲ ਮੌਤ ਤਾਂ ਆਉਣੀ ਹੈ, ਪਰ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ। ਤਾਂ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਦਾ ਜੀ ਐਕਸੀਡੈਂਟ ਕਰਵਾ ਦਿੱਤਾ, ਫਲਾਣੇ ਨੂੰ ਮਰਵਾ ਦਿੱਤਾ, ਪਰ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਹੁੰਦੀਆਂ ਨੇ ਉਹ ਇੱਕ ਛਾਪ ਛੱਡ ਕੇ ਜਾਂਦੀਆਂ ਨੇ, ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਲੋਕ ਨੇ ਜਿਹੜੇ ਉਹ ਯਾਦ ਰੱਖਦੇ ਨੇ। ਸੋ ਅੱਜ ਆਪਾਂ ਇੱਕ ਹੋਰ ਜਿਹੜੀ ਗੱਲ ਹੈ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਅਹਿਮ ਜਿਹੜੀ ਕਰਾਂਗੇ ਉਹ ਕਰਾਂਗੇ ਪੱਠਿਆਂ ਨੂੰ ਲੈ ਕੇ, ਕਿ ਸਭ ਤੋਂ ਪਹਿਲਾਂ ਤਾਂ ਮੈਮ ਪੰਜਾਬੀ ਦੇ ਆਪਾਂ ਖਾਸ ਕਰਕੇ ਇੱਥੇ ਵਰਡ ਬਹੁਤ ਜ਼ਿਆਦਾ ਯੂਜ਼ ਕਰਦੇ ਆ, ਤੇ ਕਈ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਪੰਜਾਬੀ ਦੇ ਵਰਡ ਵਧੀਆ ਵੀ ਲੱਗਦੇ ਨੇ, ਪਰ ਕਈਆਂ ਨੂੰ ਇਹ ਸਮਝ ਵੀ ਨਹੀਂ ਆਉਂਦੀ ਕਿ ਆਖਿਰਕਾਰ ਪੱਠੇ ਹੈ ਕੀ ਨੇ। ਪ੍ਰੋਗਰਾਮ ਤੋਂ ਪਹਿਲਾਂ ਮੈਂ ਆਫਿਸ ਦੇ ਵਿੱਚ ਕਈਆਂ ਨਾਲ ਗੱਲ ਕੀਤੀ ਕਿ ਅੱਜ ਆਪਾਂ ਪੱਠਿਆਂ ਤੇ ਗੱਲਬਾਤ ਕਰਨੀ ਹੈ, ਤਾਂ ਉਹ ਕਹਿ ਰਹੇ ਸੀ ਅੱਛਾ ਪੱਠੇ ਮਤਲਬ, ਕੋਈ ਤਾਂ ਕਹਿ ਰਹੇ ਸੀ ਪੱਠੇ ਤੇ ਕੋਈ ਕਹਿ ਰਹੇ ਸੀ ਅੱਛਾ ਘਾਹ ਫੂਸ ਦੀ ਗੱਲ ਕਰਨੀ ਹੈ। ਮੈਂ ਕਿਹਾ ਨਹੀਂ, ਪੱਠਿਆਂ ਨੂੰ ਆਪਾਂ ਕੀ ਬੋਲਾਂਗੇ? ਕਹਿੰਦੇ ਅੱਛਾ ਕਾਊ ਗ੍ਰਾਸ ਬੋਲਾਂਗੇ। ਮਤਲਬ ਏਦਾਂ ਦੀ ਕੁਝ ਸ਼ੁਗਲ ਸੀਗਾ ਜਿਹੜਾ ਪ੍ਰੋਗਰਾਮ
ਪ੍ਰੋਗਰਾਮ ਤੋਂ ਪਹਿਲਾਂ ਹੋਇਆ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਇਹ ਵੀ ਸੋਚ ਰਹੇ ਹੋਣਗੇ, ਤਾਂ ਜਿਨ੍ਹਾਂ ਦਾ ਪੰਜਾਬੀ ਦੇ ਨਾਲ ਲਗਾਵ ਹੈ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ। ਤਾਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਪੱਠੇ ਹੁੰਦੇ ਕੀ ਨੇ ਤੇ ਪੱਠਿਆਂ ਦਾ ਸਾਡੇ ਸਰੀਰ ਦੇ ਵਿੱਚ ਕੀ ਜਿਹੜਾ ਯੋਗਦਾਨ ਹੁੰਦਾ ਹੈ? ਸਭ ਤੋਂ ਆਮ ਸ਼ਬਦ ਤਾਂ ਮੈਨੂੰ ਲੱਗਦਾ ਉੱਲੂ ਦੇ ਪੱਠੇ ਹੀ ਕਿਹਾ ਜਾਂਦਾ। ਸਾਡੇ ਤਾਂ ਪੱਠਿਆਂ ਦੇ ਬਹੁਤ ਸਾਰੇ ਮਤਲਬ ਨੇ, ਪਰ ਅੱਜ ਆਪਾਂ ਗੱਲ ਕਰਾਂਗੇ ਮਸਲਸ ਦੀ। ਕਮਾਲ ਦੀ ਮੈਂ ਤਾਂ ਤੁਹਾਨੂੰ ਇੱਥੇ ਤੇ ਲਿਆ ਕੇ ਅਖੀਰ 'ਚ ਦੱਸਣਾ ਚਾਹਾਂਗੀ ਕਿ ਖੋਜਾਂ ਕਿੰਨੀਆਂ ਕਮਾਲ ਦੀਆਂ ਨਿਕਲਦੀਆਂ ਨੇ, ਇੱਥੋਂ ਤੱਕ ਕਿ ਪਤਲੀਆਂ ਜਾਂ ਮੋਟੀਆਂ ਰਜਾਈਆਂ ਵਿੱਚ ਉੱਤੇ ਵੀ ਖੋਜ ਹੋ ਗਈ ਕਿ ਸਾਡਾ ਸਰੀਰ ਕਿਸ ਤਰੀਕੇ ਤਬਦੀਲ ਹੁੰਦਾ ਹੈ ਤੇ ਕਿਵੇਂ ਵਾਪਸ ਅਸੀਂ ਉਸੇ ਪਾਸੇ ਨੂੰ ਸਾਨੂੰ ਜਾਣਾ ਚਾਹੀਦਾ ਹੈ ਕਿ ਕਿਵੇਂ ਸਾਡੇ ਮਸਲਸ ਦੇ ਵਿੱਚ ਵੀ ਅਸੀਂ ਅਸੀਂ ਐਨਾਬੋਲਿਕ ਸਟੀਰੋਇਡ ਲਾ ਰਹੇ ਹਾਂ, ਅਸੀਂ ਫਲਾਣੇ ਬਣਾ ਰਹੇ ਹਾਂ, ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਕਰਦਿਆਂ ਨੂੰ ਇਹ ਭੁੱਲ ਹੀ ਗਏ ਆ ਕਿ ਕੁਦਰਤ ਨੇ ਕਿੰਨੀ ਕਮਾਲ ਦੀ ਚੀਜ਼ ਇਹਨਾਂ ਦੇ ਵਿੱਚ ਭਰੀ ਏ, ਕਿਵੇਂ ਉਹਦੇ ਨਾਲ ਨੀਂਦਰ ਦਾ ਚੱਕਰ ਜੁੜਿਆ ਪਿਆ, ਕਿਸ ਤਰੀਕੇ ਉਹਦੀਆਂ ਬਰੀਕ ਬਰੀਕ ਸਾਡੀਆਂ ਜੋ ਨਰਵਸ ਦੇ ਐਂਡਿੰਗਸ ਉੱਥੇ ਕੀ ਸੁਨੇਹਾ ਭੇਜਦੇ ਨੇ, ਉਹਦੇ ਨਾਲ ਕਿਵੇਂ ਸਰੀਰ ਚੋਂ ਹਾਰਮੋਨ ਨਿਕਲਦੇ ਨੇ। ਇੰਨੀ ਕਮਾਲ ਦੀ ਖੂਬਸੂਰਤ ਕੁਦਰਤ ਦੀ ਸਿਰਜਣਾ ਹੈ ਸਰੀਰ ਕਿ ਸੱਚੀ ਮੁੱਚੀ ਕਈ ਵਾਰ ਪੜ੍ਹਦੇ ਆ ਯਕੀਨ ਹੀ ਨਹੀਂ ਹੁੰਦਾ ਕਿ ਅੱਛਾ ਇੰਨੀ ਮਹੀਨ ਕਾਰੀਗਰੀ ਵੀ ਕੀਤੀ ਜਾ ਸਕਦੀ ਹੈ। ਹੁਣ ਆਪਾਂ ਸੋਚਦੇ ਆ ਕਿ ਲਓ ਜੀ ਭਰ ਜਵਾਨੀ ਦੇ ਵਿੱਚ ਕੋਈ 25-30 ਵਰਿਆਂ ਦਾ ਇਹਨੂੰ ਕੀ ਹੋ ਸਕਦਾ ਹੈ, ਪਰ ਸਾਡੇ ਮਸਲ ਜਿਨ੍ਹਾਂ ਨੂੰ ਅੱਜ ਅਸੀਂ ਇਹਨਾਂ ਨੂੰ ਵੀ ਪੱਠੇ ਹੀ ਕਿਹਾ ਜਾਂਦਾ, ਉਹਨਾਂ ਪੱਠਿਆਂ ਦੀ ਗੱਲ ਕਰ ਰਹੇ ਹਾਂ ਕਿ ਆਮ ਤੌਰ ਤੇ ਕੀ ਹੁੰਦਾ ਹੈ 30 ਵਰਿਆਂ ਦੀ ਉਮਰ, ਯਾਨੀ ਅਸੀਂ ਜਿਨ੍ਹਾਂ ਨੂੰ ਐਕਸਰਸਾਈਜ਼ ਨਾਲ ਮੇਨਟੇਨ ਕਰਨਾ ਚਾਹੁੰਦੇ ਆ ਜਾਂ ਅਸੀਂ ਕਹਿ ਦਿੰਦੇ ਆ ਕਿ ਹਾਂਜੀ ਹੁਣ ਬਥੇਰੀ ਉਮਰ ਹੋ ਗਈ ਬਹਿ ਜਾਂਦੇ ਆ, ਸਰੀਰ ਨੇ ਕਮਾਲ ਦਾ ਦੇਖੋ ਕੁਦਰਤ ਨੇ ਕੀ ਬਣਾਇਆ ਹੈ ਕਿ 30 ਸਾਲਾਂ ਦੀ ਉਮਰ ਤੋਂ ਬਾਅਦ ਹੀ, ਯਾਨੀ ਕੁਦਰਤ ਤਾਂ ਉੱਥੇ ਹੀ ਬਸ ਕਰ ਦਿੰਦੀ ਹੈ, ਬਹੁਤ ਹੈ ਉਮਰ, ਇਸ ਤੋਂ ਵੱਧ ਦੀ ਲੋੜ ਤੁਹਾਡੀ ਐਕਸਟਰਾ ਹੀ ਮਿਲ ਰਹੀ ਹੈ, ਉਹਨੂੰ ਕਿਸੇ ਨਾ ਕਿਸੇ ਆਰੇ ਲਾ ਲਵੋ। ਹਰ 10 ਸਾਲਾਂ ਬਾਅਦ ਯਾਨੀ 30 ਤੋਂ 40 ਦੇ ਵਿੱਚ 10 ਸਾਲਾਂ ਦੇ ਅੰਦਰ ਅੰਦਰ ਸਾਡੇ 3 ਤੋਂ 5% ਪੱਠੇ ਜਾਂ ਮਸਲਸ ਘਟਣ ਲੱਗ ਜਾਂਦੇ ਨੇ। ਇਹ ਕੁਦਰਤ ਦੇ ਵੱਲੋਂ ਹੀ ਹੈ, ਉਹਨਾਂ ਨੇ ਘਟਣਾ ਹੀ ਘਟਣਾ। ਇਸੇ ਤਰ੍ਹਾਂ ਇਹ ਜਦੋਂ ਲੋੜ ਤੋਂ ਵੱਧ ਘਟਣ ਲੱਗ ਜਾਣ, ਇਹਨਾਂ ਨੂੰ ਅਸੀਂ ਸਾਰਕੋਪੀਨੀਆ ਕਹਿ ਦਿੰਦੇ ਹਾਂ, ਜੋ ਸਾਡੇ ਅੱਜ ਕੱਲ ਦੇ ਟੈਸਟਾਂ ਵਿੱਚ ਅਸੀਂ ਲੱਭ ਲੈਂਦੇ ਹਾਂ। ਇੰਨੇ ਤੁਸੀਂ ਹੈਰਾਨ ਹੋਵੋਗੇ ਕਿ ਸਿਰਫ ਆਪਣਾ ਹੱਥ ਜੇ ਦੂਸਰੇ ਹੱਥ 'ਚ ਫੜ ਕੇ ਇੰਜ ਘੁੱਟ ਵੀ ਲਈਏ ਤਾਂ ਉਹ ਮੁੱਠੀ ਦੀ ਤਾਕਤ ਹੀ ਦੱਸ ਦਿੰਦੀ ਹੈ ਕਿ ਤੁਸੀਂ ਕਿੰਨੀ ਤੁਹਾਡੀ ਉਮਰ ਹੋਣ ਵਾਲੀ ਹੈ, ਲੰਬੀ ਉਮਰ ਭੋਗ ਸਕਣ ਵਾਲੇ ਹੋ ਜਾਂ ਨਹੀਂ। ਤਾਂ ਇੰਨੀ ਖੂਬਸੂਰਤ ਇਹਦੇ ਵਿੱਚ ਸਾਡੀ ਕੁਦਰਤ ਨੇ ਕਮਾਲ ਜੋ ਕੀਤੀ ਹੋਈ ਹੈ। ਜੀ ਜੀ ਜੀ। ਹੁਣ ਇਹਦਾ ਮਤਲਬ ਹੈ ਕਿ ਜੇ ਅਸੀਂ ਸਰੀਰ ਚੁਸਤ ਰੱਖਦੇ ਹਾਂ, ਦੇਖੋ ਉਹ ਚੀਜ਼ਾਂ ਤਾਂ ਪੱਠਿਆਂ ਨੇ ਜਾਂ ਮਸਲਸ ਨੇ ਘਟਣਾ ਹੀ ਘਟਣਾ ਹੈ, ਪਰ ਜਦੋਂ ਅਸੀਂ ਕਹਿੰਦੇ ਆ ਕਿ ਇਹ ਬੰਦਾ ਤਾਂ ਸਿਆਮ ਦੇਖਿਆ ਹੋਏਗਾ, ਕਈ ਵਾਰ ਅਸੀਂ ਚਿਹਰੇ ਮੋਹਰੇ ਜਾਂ ਸਰੀਰ ਤੋਂ ਕਹਿ ਦਿੰਦੇ ਆ ਅੱਛਾ ਤੁਸੀਂ 45 ਸਾਲਾਂ ਦੇ ਹੋਵੋਗੇ, ਤੇ ਅਗਲਾ ਕਹਿੰਦਾ ਨਹੀਂ ਜੀ ਨਹੀਂ 70 ਚੱਪ ਚੱਲਿਆ। ਜਾਂ ਕਈ ਵਾਰ ਅਸੀਂ 60 ਦੇ ਸਾਲ ਦੇ ਬੰਦੇ ਨੂੰ ਵੇਖ ਕੇ ਕਹਿ ਜਾਂਦੇ ਆ ਅੱਛਾ ਰਾਜੇ ਤਾਂ 40 ਦੇ ਹੀ ਲੱਗਦੇ ਹੋ ਤੁਸੀਂ, ਤੇ ਉਹ ਕਹਿੰਦਾ ਨਹੀਂ ਜੀ ਨਹੀਂ 20 ਸਾਲ ਲੱਗੇ ਆ। ਇਹ ਜੋ ਡਿਫਰੈਂਸ ਦਿਖਦਾ ਜੇ ਇਹ ਹੁੰਦਾ ਜੇ ਕਿ ਤੁਸੀਂ ਆਪਣੇ ਮਸਲਸ ਦੀ ਕਿੰਨੀ ਕੁ ਮੇਨਟੇਨੈਂਸ ਕਰ ਰਹੇ ਹੋ, ਕਿ ਉਹਨੂੰ ਲੋੜੋਂ ਵੱਧ ਵਰਤ ਰਹੇ ਹੋ। ਯਾਨੀ ਜੇ ਤੁਸੀਂ ਐਕਸਰਸਾਈਜ਼ 'ਚ ਆਪਣੇ ਪੱਠੇ ਬਣਾਉਣੇ ਸ਼ੁਰੂ ਕਰ ਰਹੇ ਹੋ, ਇੰਨੀ ਹੱਦੋਂ ਵੱਧ ਉਹਦੀ ਵਰਤੋਂ ਕਰ ਰਹੇ ਹੋ ਕਿ ਉਹਦੀ ਟੁੱਟ ਫੁੱਟੀ ਹੋ ਗਈ ਤੇ ਉਹ ਅਖੀਰ ਤੁਸੀਂ 40 ਸਾਲ ਦੀ ਉਮਰ ਤੇ ਕਰਦੇ ਕਸਰਤ ਦੌਰਾਨ ਹੀ ਗੁਜ਼ਰ ਗਏ ਹੋ, ਯਾਨੀ ਇੰਨਾ ਉਹਨਾਂ ਨੂੰ ਤੋੜ ਫੋੜ ਦਿੱਤਾ। ਜਾਂ ਉਹਨਾਂ ਨੂੰ ਦੋ ਫਰਕ ਨੇ ਚੀਜ਼ਾਂ, ਮੇਨਟੇਨ ਕਰ ਰਹੇ ਹੋ ਕਿ ਉਹਨਾਂ ਨੂੰ ਓਵਰ ਵਰਤੋਂ ਕਰ ਰਹੇ ਹੋ। ਜੀ ਜੀ। ਸੋ ਇਹਦਾ ਮਤਲਬ ਹੈ ਕਿ ਜੇ ਅਸੀਂ ਇਸੇ ਤਰ੍ਹਾਂ ਮਸਲਸ ਨੂੰ ਮੇਨਟੇਨ ਨਾ ਕਰੀਏ ਤਾਂ ਸਾਡੀਆਂ ਹੱਡੀਆਂ ਦਾ ਸੌਖਾ ਟੁੱਟ ਜਾਣਾ, ਇੰਜਰੀ ਹੁੰਦੀ ਰਹਿਣੀ, ਸੱਟਾਂ ਫੇਟਾਂ, ਇਹਦੇ ਨਾਲ ਸਾਡੀ ਹੌਲੀ ਹੌਲੀ ਤੁਸੀਂ ਕਹਿ ਲਓ ਕਿ ਹੋਰ ਜਿਵੇਂ ਸੱਟ ਵੱਜ ਗਈ, ਫ੍ਰੈਕਚਰ ਹੋ ਗਿਆ, ਹੋਰ ਘੱਟ ਤੁਰਾਂਗੇ। ਸੋ ਇਹਦੇ ਵਿੱਚ ਇਹ ਕੁਝ ਕੁ ਚੀਜ਼ਾਂ ਖਿਆਲ ਰੱਖਣ ਦੀ ਲੋੜ ਹੈ ਕਿ ਸਾਡੀ ਰੋਜ਼ਾਨਾ ਦੀ ਜੋ ਖੁਰਾਕ ਹੈ ਉਸ 'ਚ ਪ੍ਰੋਟੀਨ ਜ਼ਰੂਰੀ ਜੇ। ਜੀ। ਅਸੀਂ ਆਮ ਤੌਰ ਤੇ ਜਿਹੜੇ ਵੈਜੀਟੇਰੀਅਨ ਵੀਰ ਨੇ ਭੈਣਾਂ ਨੇ ਉਹ ਚਿਕਨ ਮੀਟ ਨਹੀਂ ਖਾਣਾ ਚਾਹੁੰਦੇ, ਤਾਂ ਫਿਰ ਸਾਡੇ ਉਹਨਾਂ ਦੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਉਹ ਦਾਲਾਂ ਵੀ ਕਈ ਵਾਰ ਘੱਟ ਕਰ ਲੈਂਦੇ ਨੇ, ਕੱਲੀਆਂ ਹੀ ਸਬਜ਼ੀਆਂ ਤੇ ਆ ਜਾਂਦੇ ਨੇ, ਉਹ ਸਗੋਂ ਉਮਰ ਛੋਟੀ ਕਰਨ ਵੱਲ ਨੂੰ ਤੁਰ ਜਾਂਦੇ ਨੇ, ਉਹਨਾਂ ਦੇ ਮਸਲ ਛੇਤੀ ਕਮਜ਼ੋਰ ਪੈਣ ਲੱਗ ਜਾਂਦੇ ਨੇ। ਤੁਸੀਂ ਦੇਖੋਗੇ ਲਟਕਦੀਆਂ ਹੋਈਆਂ ਬਾਹਾਂ ਤੇ ਮਾਂਸਪੇਸ਼ੀਆਂ, ਇਹ ਸਾਰਾ ਸਿਰਫ ਫੈਟ ਹੀ ਫੈਟ ਰਹਿ ਜਾਂਦਾ ਹੈ, ਮਸਲਸ ਖਤਮ ਹੋ ਜਾਂਦੇ ਨੇ। ਜੀ।
ਸੋ ਇੱਕ ਤਾਂ ਹਿਲ ਜੁਲ ਕਰਨੀ ਸਾਡੇ ਸਰੀਰ ਨੂੰ ਬਹੁਤ ਅਹਿਮ ਹੈ। ਜਿਵੇਂ ਸਕੂਟਰ ਖੜਾ ਤੁਹਾਡਾ ਬੰਦ ਹੋ ਜਾਏਗਾ, ਕਾਰ ਬੰਦ ਹੋ ਜਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਹੁਣ ਜ਼ਿੰਦਗੀ ਇਹੋ ਜਿਹੀ ਚ ਵੜ ਚੁੱਕੇ ਹਾਂ, ਰਿਮੋਟ ਕੰਟਰੋਲ ਸਾਰਾ ਕੁਝ ਬੈਠੇ ਬਿਠਾਏ ਕਰਨਾ ਹੈ, ਪੌੜੀਆਂ ਨਹੀਂ ਚੜ੍ਹਨੀਆਂ ਉਹ ਵੀ ਲਿਫਟਾਂ ਲੈਣੀਆਂ, ਸਾਰਾ ਹੀ ਕੁਝ ਜਦੋਂ ਬਹਿ ਕੇ ਕਰਨਾ ਹੈ, ਤਾਂ ਪੱਠਿਆਂ ਦਾ ਸੁੰਗੜਨਾ, ਖਤਮ ਹੋਣਾ, ਇਹ ਸਪੀਡ ਦੁੱਗਣੀ ਜਾਂ ਤਿੱਗਣੀ ਤੱਕ ਵੀ ਹੋ ਜਾਂਦੀ। ਜੀ ਤੋ ਜੀ ਇਸੇ ਲਈ ਸਾਡੇ ਬਹੁਤ ਸਾਰੇ ਹੋਰ ਵੀ ਫੈਕਟਰਸ, ਜਿਵੇਂ ਗਰੋਥ ਹਾਰਮੋਨ ਹੋ ਗਿਆ, ਟੈਸਟੋਸਟਰੋਨ ਜਿਵੇਂ ਮੇਲ ਸੈਕਸ ਹਾਰਮੋਨ, ਇਨਸੂਲਿਨ ਵਗੈਰੇ ਗਰੋਥ ਫੈਕਟਰਸ, ਇਹਨਾਂ ਦਾ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਵਕਤ ਦੇ ਨਾਲ ਫਿਰ ਕਿਉਂਕਿ ਸਰੀਰਕ ਹਿਲਜੁਲ ਨਹੀਂ ਘਟਣ ਲੱਗ ਜਾਂਦੀਆਂ ਨੇ। ਸੋ ਇਹਦੇ ਵਿੱਚ ਫਿਰ ਇਹ ਸਾਡੀ ਮਸਲ ਦਾ ਡੈਮੇਜ ਵੱਧ ਸ਼ੁਰੂ ਹੋ ਜਾਂਦਾ ਜੇ। ਬਹੁਤ ਸਾਰੀ ਥਾਈਂ ਜਿਹੜੇ ਐਨਾਬੋਲਿਕ ਸਟੀਰੋਇਡ ਸਾਡੇ ਬੱਚੇ ਨੌਜਵਾਨ ਲੈ ਰਹੇ ਨੇ ਮਸਲਸ ਬਣਾਉਣ ਦੇ ਖਾਤਰ, ਉਹਨਾਂ ਵਿੱਚ ਵੀ ਇਹੋ ਕੁਝ ਦੇਖਿਆ ਗਿਆ ਕਿ ਉਹ ਇੱਕ ਵਕਤੀ ਤੌਰ ਤੇ ਤਾਂ ਇਹ ਜ਼ਰੂਰ ਉਹ ਆਪਣੇ ਪੱਠਿਆਂ ਨੂੰ ਇੱਕ ਵਾਰ ਬਣਾ ਲੈਣਗੇ, ਪਰ ਉਹਦੇ ਨਾਲ ਹਾਰਟ ਅਟੈਕਸ ਹੋਣ, ਮੌਤ ਦਾ ਬਹੁਤ ਜ਼ਿਆਦਾ ਖਤਰਾ ਉਹਨਾਂ ਦੇ ਵਿੱਚ ਹੋ ਜਾਂਦਾ ਜੇ। ਬਿਲਕੁਲ ਇਸੇ ਤਰ੍ਹਾਂ ਉਹਨਾਂ ਦੇ ਗੁਰਦਿਆਂ ਤੇ, ਜਿਗਰ ਤੇ ਬਹੁਤ ਬੇਅੰਤ ਮਾੜੇ ਅਸਰ ਦਿਖਦੇ ਨੇ। ਜੀ ਤੇ ਭਰ ਜਵਾਨੀ ਵਿੱਚ ਉਹਨਾਂ ਦਾ ਤੁਰ ਜਾਣਾ ਵਾਕਈ ਤਕਲੀਫ ਦੇ ਹੈ, ਹੂੰ ਜਿਹਦੇ ਬਾਰੇ ਹੁਣੇ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਵੀ ਛਪਿਆ ਕਿ ਉਹਨਾਂ ਦੇ ਵੀ ਇਹਨਾਂ ਨੇ ਬਾਰੇ ਖਤਰਾ ਹੀ ਜਤਾਇਆ ਹੈ ਕਿ ਨੌਜਵਾਨ ਮੌਤਾਂ ਜੋ ਜਿਮ ਦੇ ਵਿੱਚ ਖਾਸ ਤੌਰ ਤੇ ਐਨਾਬੋਲਿਕ ਸਟੀਰੋਇਡਸ ਲੈ ਲੈ ਕੇ ਬਣਾ ਰਹੇ ਨੇ, ਲੋੜੋਂ ਵੱਧ ਉਹਦੇ ਤੇ ਪੱਠਿਆਂ ਦੀ ਵਰਤੋਂ ਕਰਦੇ ਨੇ, ਇਹ ਖਤਰਨਾਕ ਹੋ ਰਿਹਾ। ਸੋ ਇਹਨਾਂ ਨੂੰ ਉਹਨਾਂ ਦੀ ਥਾਂ ਤੇ ਹੌਲੀ ਹੌਲੀ ਖਿੱਚ ਬਰਕਰਾਰ ਰੱਖਣੀ ਚਾਹੀਦੀ ਹੈ। ਯਾਨੀ ਬਹੁਤ ਸਾਰੀਆਂ ਇਹੋ ਜਿਹੀਆਂ ਐਕਸਰਸਾਈਜ਼ਸ ਨੇ ਜਿਹੜੀਆਂ ਤੁਸੀਂ ਸੜਕਾਂ ਦੇ ਕਿਨਾਰੇ ਹੀ, ਜਿਹੜੇ ਵਿਕਸਿਤ ਮੁਲਕਾਂ ਵਿੱਚ ਤਾਂ ਉਹਨਾਂ ਨੇ ਬਣਾ ਦਿੱਤੇ ਹੁੰਦੇ ਆ ਕਿ ਆਪਣਾ ਹੀ ਸਰੀਰ ਜਿਵੇਂ ਤੁਸੀਂ ਉਹ ਪਕੜ ਕੇ ਉਹਨੂੰ ਲਿਫਟ ਕਰਨਾ ਚਾਹੋ, ਜਾਂ ਤੁਸੀਂ ਆਪਣੇ ਪੈਰਾਂ ਨੂੰ ਨਾਲ ਤੁਸੀਂ ਉੱਪਰ ਥੱਲੇ ਜੋ ਤੁਸੀਂ ਕਰਨਾ ਚਾਹੋ ਅੱਗੇ ਕਰਕੇ ਸਟ੍ਰੇਟ ਲੈਗ, ਯਾਨੀ ਬਹੁਤ ਐਕਸਰਸਾਈਜ਼ ਜੋ ਤੁਸੀਂ ਡਾਕਟਰ ਨੂੰ ਵੀ ਵਿਜ਼ਿਟ ਕਰਕੇ ਉਹਨਾਂ ਤੋਂ ਸਿੱਖ ਸਕਦੇ ਹੋ ਕਿ ਜੀ ਵਾਧੂ ਭਾਰ ਤੋਂ ਬਗੈਰ ਹੀ ਤੁਸੀਂ ਆਪਣੀਆਂ ਮਸਲਸ ਕਿਵੇਂ ਸਟਰੈਂਥ ਉਹਨਾਂ ਦੀ ਰੱਖਣੀ ਆ, ਉਹ ਬਹੁਤ ਜ਼ਰੂਰੀ ਜੇ। ਪਰ ਇਹਦੇ ਨਾਲ ਜਿਵੇਂ ਮੈਂ ਤੁਹਾਨੂੰ ਇੱਕ ਜ਼ਿਕਰ ਕੀਤਾ ਸੀ ਕਿ ਹੁਣ ਕੁਝ ਥਾਵਾਂ ਨੂੰ ਛੱਡ ਕੇ ਦੁਨੀਆ ਦੇ ਬਾਕੀ ਮੁਲਕਾਂ ਵਿੱਚ ਇਸ ਵੇਲੇ ਹਲਕੀ ਹਲਕੀ ਜਿਵੇਂ ਠੰਡ ਸ਼ੁਰੂ ਹੋਈ ਏ, ਜੀ ਤੇ ਅੱਜ ਕੱਲ ਰਜਾਈਆਂ ਦਾ ਬੜਾ ਕਮਾਲ ਦਾ ਪਤਲੀਆਂ ਪਤਲੀਆਂ ਦੀ ਐਡਵਰਟਾਈਜ਼ਮੈਂਟ ਵੀ ਦੇਖਦੇ ਹੋ। ਜੈਪੁਰੀ ਰਜਾਈਆਂ ਪਹਿਲਾਂ ਹੁੰਦੀਆਂ ਸੀ, ਹੁਣ ਤਾਂ ਦੁਨੀਆ ਭਰ ਵਿੱਚ ਬਹੁਤ ਫਾਈਨ ਮਹੀਨ ਗਰਮ ਰਜਾਈਆਂ ਤੇ ਕੰਬਲ ਮਿਲਣ ਲੱਗ ਚੁੱਕੇ ਹੋਏ ਨੇ। ਹੂੰ ਉਹਨਾਂ ਵਿੱਚ ਇੱਕ ਮੈਡੀਕਲ ਖੋਜ ਹੋਈ ਜੇ ਜਿਹੜੀ ਬੜੀ ਇੰਟਰਸਟਿੰਗ ਜੇ, ਉਹ ਇਜਾਜ਼ਤ ਦਿਓ ਤਾਂ ਸਾਂਝੀ ਕਰਾਂ। ਜੀ ਜ਼ਰੂਰ ਮੈਮ। ਹੁਣ ਹੋਇਆ ਇਹ ਨਿਊਜ਼ ਛਪੀ ਜੇ, ਜੋ ਨਿਊਜ਼ ਨਹੀਂ ਮਾਫ ਕਰਿਓ, ਖੋਜ ਛਪੀ ਜੇ ਬੜੀ ਰੀਸੈਂਟ, ਮੇਰਾ ਖਿਆਲ ਹੈ ਪਹਿਲੀ ਵਾਰ ਕਿਸੇ ਟੀਵੀ ਤੇ ਅਸੀਂ ਇਹ ਖੋਜ ਦਾ ਜ਼ਿਕਰ ਕਰਨ ਲੱਗਿਆ। 7 ਅਕਤੂਬਰ ਸਨ 2022 ਨੂੰ ਹੀ ਇਹ ਛਪ ਕੇ ਸਾਡੇ ਮੈਡੀਕਲ ਜਰਨਲ ਵਿੱਚ ਆਈ ਹੈ। ਬੜੀ ਜੀ ਕਮਾਲ ਦੀ ਖੋਜ ਇਹ ਹੈ। ਇਹਦੇ ਵਿੱਚ ਕੀਤਾ ਕੀ ਗਿਆ ਸੀ, ਕੁਝ ਉਨੀਂਦਰੇ ਦੇ ਮਰੀਜ਼ ਲਏ ਗਏ, ਯਾਨੀ ਹੂੰ ਜਿਨ੍ਹਾਂ ਨੂੰ ਨੀਂਦਰ ਠੀਕ ਨਹੀਂ ਸੀ ਆ ਰਹੀ, ਜੀ ਉਹ ਗਰੁੱਪ ਇਕੱਠਾ ਕੀਤਾ ਗਿਆ ਤੇ ਉਹਨਾਂ ਵਿੱਚ ਉਹਨਾਂ ਨੂੰ ਜਿਵੇਂ ਇੱਕ ਲੈਬੋਰੇਟਰੀ ਵਾਂਗ ਜਿਵੇਂ ਰੱਖਿਆ ਹੁੰਦਾ, ਉਸੇ ਤਰ੍ਹਾਂ ਹਸਪੀਟਲ ਦੇ ਇੱਕ ਅਜਿਹੇ ਹਿੱਸੇ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਨੂੰ ਵਕਤ ਸਿਰ, ਯਾਨੀ ਪੂਰਾ ਕਹਿ ਲਓ ਕਿ 8 ਵਜੇ ਤੋਂ ਉਹਨਾਂ ਨੂੰ ਥੋੜੀ ਡਿਮ ਲਾਈਟ ਕਰ ਦਿੱਤੀ ਗਈ, 10 ਵਜੇ ਲਾਈਟਸ ਬੰਦ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ 2 ਅਲੱਗ-ਅਲੱਗ ਵਾਰਡਸ ਬਣਾਏ ਹੋਏ ਸਨ। ਹੂੰ ਇੱਕ ਵਾਰਡ ਵਿੱਚ ਉਹਨਾਂ ਨੇ ਪਤਲੀਆਂ ਇਸੇ ਤਰ੍ਹਾਂ ਗਰਮ ਰਜਾਈਆਂ ਜੋ ਦਿੱਤੀਆਂ, ਤੇ ਦੂਜੇ ਪਾਸੇ ਭਾਰੀਆਂ ਥੋੜੀਆਂ ਜਿਹੀਆਂ ਰਜਾਈਆਂ ਦਿੱਤੀਆਂ ਜਿਹੜੀਆਂ ਪੁਰਾਣੇ ਸਮਿਆਂ ਵਿੱਚ ਤੁਸੀਂ ਸਾਡੇ ਮਾਂ ਪਿਓ ਜਾਂ ਸਾਡੇ ਵੱਡੇ ਵਡੇਰੇ ਲੈਂਦੇ ਸਨ, ਥੋੜੀਆਂ ਮੋਟੀਆਂ ਭਾਰੀਆਂ ਰਜਾਈਆਂ ਦਿੱਤੀਆਂ ਗਈਆਂ। ਹੂੰ ਹੁਣ ਇਹ ਤਾਂ ਕੋਈ ਖਾਸ ਚੀਜ਼ ਨਹੀਂ ਸੀ ਦੇਖਣ ਲਈ, ਪਰ ਉਹਦੇ ਚ ਹੋਇਆ ਬੜੀ ਕਮਾਲ ਦੀ ਚੀਜ਼ ਕਿ ਜਿਹੜੀ ਉਹਨਾਂ ਦਾ ਰਿਕਾਰਡ ਰੱਖਿਆ ਗਿਆ ਉਸ ਤੋਂ ਬਾਅਦ ਨੀਂਦਰੇ ਦਾ, ਕਿ ਕਿੰਨੀ ਛੇਤੀ ਉਹਨਾਂ ਨੂੰ ਨੀਂਦ ਆਈ, ਵਿੱਚ ਕਿੰਨੀ ਵਾਰ ਉਖੜੀ, ਸਾਰਾ ਕੁਝ ਰਿਕਾਰਡ ਕੀਤਾ ਗਿਆ। ਹੂੰ ਹੁਣ ਦੇਖਿਆ ਗਿਆ ਇਹਦੇ ਚ, ਮੈਂ ਦੱਸਦਿਆਂ, ਇਹ ਸਵੀਡਨ ਦੇ ਡਾਕਟਰ ਸਨ, ਡਾਕਟਰ ਐਲੀਜ਼ਾ, ਜਿਨ੍ਹਾਂ ਨੇ ਇਹ ਖੋਜ ਕੀਤੀ ਸੀ ਆਪਣੇ ਪੂਰੇ ਗਰੁੱਪ ਨਾਲ। ਉਹਨਾਂ ਨੇ ਇਹਨਾਂ ਦੇ ਸਾਰਿਆਂ ਦੇ ਥੁੱਕ ਵਿੱਚੋਂ ਮੈਲੈਟੋਨਿਨ ਹਾਰਮੋਨ ਟੈਸਟ ਕੀਤਾ। ਹੁਣ ਇਹ ਮੈਲੈਟੋਨਿਨ ਦਾ ਸਭ ਨੂੰ ਪਤਾ ਹੀ ਹੈ ਕਿ ਨੀਂਦਰ ਦੇ ਵਾਸਤੇ ਜ਼ਰੂਰੀ ਜੇ, ਇਹ ਆਉਣਾ ਇਹਦੀ ਸਹੀ ਮਾਤਰਾ ਵਿੱਚ ਜਦੋਂ ਨਿਕਲੇ ਤਾਂ ਉਦੋਂ ਇਹਦਾ ਅਸਰ ਵਧੀਆ ਹੁੰਦਾ ਤੇ ਵਧੀਆ ਨੀਂਦਰ ਆਉਂਦੀ। ਹੁਣ ਕਮਾਲ ਦੀ ਚੀਜ਼ ਦੇਖੋ ਕਿ ਉਹ ਥੁੱਕ ਵਿੱਚੋਂ ਟੈਸਟ ਜਦੋਂ ਕੀਤਾ ਗਿਆ, ਜਿਹੜੇ
ਮੋਟੀਆਂ ਰਜਾਈਆਂ ਲੈ ਕੇ ਪਏ ਸਨ। ਇਹਦਾ ਬੜਾ ਕਮਾਲ ਦਾ, ਜਦੋਂ ਮੈਂ ਤੁਹਾਨੂੰ ਐਂਡ ਵਿੱਚ ਨਤੀਜਾ ਦੱਸਾਂਗੀ ਕਿ ਕੁਦਰਤ ਕਿੰਨੀ ਬੇਮਿਸਾਲ ਹੈ, ਤੁਸੀਂ ਹੈਰਾਨ ਹੀ ਰਹਿ ਜਾਓਗੇ। ਮੈਂ ਵੀ ਖੋਜ ਸ਼ੁਰੂ ਜਦੋਂ ਕੀਤੀ ਸੀ ਪੜ੍ਹਨੀ, ਮੈਨੂੰ ਬੜਾ ਅਜੀਬ ਜਿਹਾ ਲੱਗਿਆ ਸੀ ਕਿ ਇਹ ਕਿਹੜੀ ਖੋਜਾਂ 'ਚ ਖੋਜ ਹੋਈ ਵੀ ਰਜਾਈਆਂ ਤੇ ਵੀ ਖੋਜ ਹੋ ਸਕਦੀ। ਹੂੰ ਖੈਰ, ਜਦੋਂ ਉਹ ਦੇਖਿਆ ਗਿਆ ਇਹਨਾਂ 'ਚ ਕਿ ਜਿਨ੍ਹਾਂ ਦੀਆਂ ਮੋਟੀਆਂ ਰਜਾਈਆਂ ਸਨ, ਉਹਨਾਂ ਵਿੱਚ ਮੈਲਾਟੋਨਿਨ ਵੱਧ ਨਿਕਲੀ। ਜੀ। ਯਾਨੀ ਨੀਂਦਰ ਉਹਨਾਂ ਦੀ ਉਖੜੀ ਵੀ ਘੱਟ, ਵਧੀਆ ਨੀਂਦਰ ਵੀ ਉਹ ਲੈ ਗਏ। ਤੇ ਉਹਨਾਂ ਦੇ, ਸਾਡੇ ਅਸਲ 'ਚ ਦਿਮਾਗ ਵਿੱਚ ਇੱਕ ਨਿੱਕਾ ਜਿਹਾ ਗਲੈਂਡ ਹੁੰਦਾ ਜੇ ਪੀਨੀਅਲ ਗਲੈਂਡ, ਜੀ ਜੀ ਉਹਦੇ 'ਚੋਂ ਇਹ ਰਸ ਨਿਕਲਦਾ ਹੈ ਜੋ ਅਸੀਂ ਮੰਜੇ ਤੇ ਪੈ ਜਾਂਦੇ ਹਾਂ, ਸਾਨੂੰ ਮਤਲਬ ਜਦੋਂ ਹੁੰਦਾ ਹੈ ਕਿ ਹਾਂ ਹੁਣ ਸੌਣਾ ਹੈ, ਨੀਂਦਰ ਆ ਰਹੀ ਹੈ, ਅਸੀਂ ਚੱਲੇ ਹਾਂ ਨੀਂਦਰ ਦੇ ਵੱਲ ਨੂੰ, ਹੌਲੀ ਹੌਲੀ ਝੂਟੇ ਲੈ ਰਹੇ ਹਾਂ, ਤਾਂ ਉਹ ਇਹ ਵਧਣ ਲੱਗ ਜਾਂਦਾ। ਤੇ ਹੂੰ ਜਦੋਂ ਸਾਨੂੰ ਤਣਾਅ ਹੋਏ, ਉਹਨੇ ਮੈਨੂੰ ਇਹ ਕਿਹਾ ਕਿਉਂ ਸੀ, ਸਵੇਰੇ ਦੇਖੂ ਉੱਠ ਕੇ ਮੈਂ ਦਿਖਾਣਾ ਕੀ ਕਰ ਸਕਦਾ। ਯਾਨੀ ਇਹੋ ਜਿਹੀ ਸੋਚ ਨਾਲ ਜਦੋਂ ਅਸੀਂ ਕਰਦੇ ਹਾਂ, ਜਾਂ ਮੇਰੀ ਛੱਤ ਚਾਹੁੰਦੀ ਹੈ ਮੀਂਹ ਨਾ ਆ ਜਾਵੇ, ਕੋਈ ਵੀ ਸਟ੍ਰੈਸ ਹੋਵੇ ABCD, ਤਾਂ ਉਹ ਸਾਨੂੰ ਇਹ ਜਿਹੜਾ ਮੈਲਾਟੋਨਿਨ ਘਟ ਜਾਂਦਾ ਜੇ ਤੇ ਸਾਡੀ ਨੀਂਦਰ ਖਰਾਬ ਹੋ ਜਾਂਦੀ। ਹੂੰ ਹੂੰ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਮੋਟੀ ਰਜਾਈ ਲੈ ਕੇ ਅਸੀਂ ਜਦੋਂ ਉਹਦੇ ਵਿੱਚ ਆਲੇ ਦੁਆਲੇ ਲਪੇਟ ਕੇ ਉਹਨੂੰ ਪੈ ਜਾਂਦੇ ਹਾਂ, ਜੀ ਤੇ ਤੁਸੀਂ ਹੈਰਾਨ ਹੋਗੇ 30% ਵੱਧ, 30% ਇਹ ਜੋ ਸਾਡਾ ਮੈਲਾਟੋਨਿਨ ਦੀ ਸਿਕਰੀਸ਼ਨ ਵੱਧ ਜਾਂਦੀ ਹੈ। ਹੁਣ ਇਹ ਖੋਜ ਛਪੀ ਸੀ ਜਰਨਲ ਆਫ ਸਲੀਪ ਰਿਸਰਚ ਦੇ ਵਿੱਚ, ਜੋ ਕਿ ਜੀ ਨੀਂਦਰ ਦੇ ਬਾਰੇ ਬਹੁਤ ਅਹਿਮ ਖੋਜਾਂ ਉਹਦੇ 'ਚ ਹੋਰ ਵੀ ਛਪਦੀਆਂ ਨੇ। ਸੋ ਉਸ ਤੋਂ ਬਾਅਦ ਸਕੈਂਡੀਨੇਵੀਆ ਤੇ ਜਰਮਨੀ ਵਿੱਚ ਹੋਰ ਵੀ ਖੋਜਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆਇਆ, ਤੇ ਤੁਸੀਂ ਹੁਣ ਹੈਰਾਨ ਹੋਵੋਗੇ ਇਹਨਾਂ ਥਾਵਾਂ ਤੇ ਇਸ ਵੇਲੇ ਬਕਾਇਦਾ ਮੈਡੀਕਲ ਸ਼ਾਪਸ ਬਣ ਗਈਆਂ ਨੇ, ਜਿਹੜੀਆਂ ਉਹ ਨੀਂਦਰੇ ਦੀਆਂ ਇਸ ਤਰੀਕੇ ਦੀਆਂ ਰਜਾਈਆਂ ਦੇਣ ਲੱਗ ਪਈਆਂ ਨੇ ਜਦੋਂ ਡਾਕਟਰ ਐਡਵੋਕੇਟ ਕਰਦਾ ਜੀ। ਸੋ ਇਹ ਇਸ ਖੋਜ ਵਿੱਚ ਫਿਰ ਇੱਕ ਹੋਰ ਐਡ ਆਨ ਕੀਤੀ ਗਈ ਖੋਜ, ਜਿਸ 'ਚ ਲਏ ਗਏ ਘਬਰਾਹਟ ਦੇ ਮਰੀਜ਼, ADHD ਦੇ ਮਰੀਜ਼, ਯਾਨੀ ਉਹ ਬੱਚੇ ਜਿਹੜੇ ਟਿਕ ਕੇ ਨਹੀਂ ਬਹਿੰਦੇ, ਜੀ ਜਾਂ ਫਿਰ ਮਨੋਰੋਗੀ ਹੋਣ, ਪੈਨਿਕ ਅਟੈਕਸ ਜਿਨ੍ਹਾਂ ਨੂੰ ਆਉਂਦੇ ਹੋਣ, ਉਹਨਾਂ ਤੇ ਫਿਰ ਇਹ ਖੋਜ ਕੀਤੀ ਗਈ ਇਸੇ ਤਰ੍ਹਾਂ ਹੀ। ਜੀ ਯਾਨੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਮੋਟੀਆਂ ਰਜਾਈਆਂ ਦਿੱਤੀਆਂ ਗਈਆਂ। ਜਦੋਂ ਦੇਖਿਆ ਗਿਆ ਕਿ ਉਹ ਇਹਨਾਂ ਦੇ ਨਾਲ ਜਦੋਂ ਕੱਜ ਕੇ ਲਪੇਟ ਕੇ ਉਹਦੇ ਵਿੱਚ ਉਹਨਾਂ ਨੂੰ ਸਵਾਉਂਦੇ ਨੇ, ਤਾਂ ਉਹਨਾਂ ਨੂੰ ਵੀ ਰਾਤ ਵੇਲੇ ਟਿਕ ਕੇ ਸੌਣਾ ਜਾਂ ਗੂੜੀ ਨੀਂਦਰ ਲੈਣੀ ਉਹਨਾਂ ਵਿੱਚ ਵੀ ਦੇਖੀ ਗਈ। ਹੂੰ ਹੂੰ ਹੁਣ ਇਸ ਤੋਂ ਬਾਅਦ ਨਾਰਮਲ ਬੰਦੇ ਲਏ ਗਏ, ਯਾਨੀ ਇਹ ਤਾਂ ਸੀ ਇੱਕ ਨੀਂਦਰੇ ਦੇ ਮਰੀਜ਼ ਸੀ, ਇੱਕ ਜੀ ਜਿਨ੍ਹਾਂ ਨੂੰ ਕੁਛ ਨਾ ਕੁਛ ਰੋਗ ਸੀ। ਹੁਣ ਇੰਟਰਸਟਿੰਗ ਚੀਜ਼ ਸੀ ਕਿ ਨਾਰਮਲ ਔਰਤਾਂ ਬੰਦਿਆਂ ਦੇ ਉੱਤੇ ਹੀ ਟਰਾਈ ਕੀਤਾ ਗਿਆ, ਯਾਨੀ ਤੁਹਾਡੇ ਮੇਰੇ ਵਰਗੇ ਵੀ ਉਹਨਾਂ ਨੇ ਲੈ ਲਏ ਜਿਨ੍ਹਾਂ ਨੂੰ ਨੀਂਦਰ ਦੀ ਕੋਈ ਇਸ਼ੂ ਹੀ ਨਹੀਂ ਸੀ, ਕਿ ਹਾਂਜੀ ਸੌ ਲੈਂਦੇ ਨੇ ਮਜ਼ੇ ਨਾਲ ਚੌੜੇ ਹੋ ਕੇ। ਉਹਨਾਂ ਨੂੰ 2 ਦਿਨ ਲੈਬੋਰੇਟਰੀ 'ਚ ਸਵਾਇਆ ਗਿਆ। ਜੀ ਉਸੇ ਤਰ੍ਹਾਂ ਹੀ ਵੀ ਪਹਿਲਾਂ ਲਾਈਟ ਡਿਮ ਕੀਤੀ ਗਈ, ਫਿਰ ਸੌਣ ਨੂੰ ਦਿੱਤਾ ਗਿਆ। ਹੁਣ ਦੋਨਾਂ ਨੂੰ ਹੀ ਇੱਕ ਦਿਨ, ਜਿਵੇਂ ਗਰੁੱਪਸ ਬਣਾਏ ਸੀ, ਇੱਕ ਦਿਨ ਪਤਲੀ ਰਜਾਈ ਦਿੱਤੀ ਗਈ ਸੀ, ਨਾ ਓਨੀ ਹੋਈ ਨਿੱਘੀ ਸਾਰਾ ਕੁਝ, ਸਿਰਫ ਉਹਦੀ weight ਘੱਟ ਸੀ। ਦੂਜੇ ਦਿਨ ਹੈਵੀ ਦਿੱਤੀ ਗਈ। ਇੰਟਰਸਟਿੰਗ ਚੀਜ਼ ਸੀ ਕਿ ਉਹਨਾਂ ਦੇ ਵੀ ਇਸੇ ਤਰ੍ਹਾਂ ਜਦੋਂ ਸੈਂਪਲਸ ਲਏ ਗਏ 11 ਵਜੇ ਤੱਕ, ਜਦੋਂ ਲਏ ਜਾਂਦੇ ਰਹੇ, 3 ਵਾਰ ਉਹਨਾਂ ਨੇ ਲਏ, ਯਾਨੀ 1 ਘੰਟੇ 'ਚ 20-20 ਮਿੰਟ ਬਾਅਦ 3 ਵਾਰ ਸੈਂਪਲ ਲਏ, 10 ਤੋਂ 11 ਰਾਤ ਵੇਲੇ। ਜੀ ਤਾਂ ਉਸ ਤੋਂ ਬਾਅਦ, ਰਾਤ ਤੋਂ ਬਾਅਦ ਜਦੋਂ ਸਵੇਰੇ ਉੱਠੇ, ਫਿਰ ਇਸੇ ਤਰ੍ਹਾਂ ਉਹ ਰਿਕਾਰਡ ਕੀਤਾ ਗਿਆ। ਦੇਖਿਆ ਗਿਆ ਕਿ ਉਹਨਾਂ ਵਿੱਚ ਮੈਲਾਟੋਨਿਨ ਜਿਸ ਦਿਨ ਮੋਟੀ ਰਜਾਈ ਸੀ, ਉਸ ਦਿਨ ਉਹਨਾਂ ਵਿੱਚੋਂ ਵੱਧ ਨਿਕਲਿਆ ਸੀ, ਜਿਸ ਦਿਨ ਪਤਲੀ ਸੀ ਉਸ ਦਿਨ ਘੱਟ। ਹੁਣ ਇਹਦੇ 'ਚ ਕਿਉਂ ਇਹ ਹੋਇਆ? ਬੜੀ ਇੰਟਰਸਟਿੰਗ ਉਹੀ ਚੀਜ਼ ਜੇ, ਯਾਨੀ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਮੋਟੀ ਰਜਾਈ ਲੈਣੀ ਸਾਨੂੰ ਬੜੀ ਡੂੰਘੀ ਨੀਂਦਰ ਦਿੰਦੀ ਹੈ। ਹੁਣ ਇਹਦੇ ਵਿੱਚ ਹੋਇਆ ਕੀ, ਸਾਡੇ ਪੱਠਿਆਂ 'ਚ ਕਿਆ ਕਮਾਲ ਦੀ ਚੀਜ਼ ਫਿੱਟ ਹੋਈ ਹੈ, ਤੇ ਚਮੜੀ ਉੱਤੇ ਸਾਡੇ ਜੋ ਨਿੱਕੇ ਨਿੱਕੇ ਰਿਸੈਪਟਰਸ ਨੇ ਜਿਨ੍ਹਾਂ ਨੇ ਸੁਨੇਹਾ ਦੇਣਾ ਹੁੰਦਾ ਹੈ, ਉਹ ਦਿੰਦਾ ਸੁਨੇਹਾ ਇਹ ਹੈ ਕਿ ਚੁਫੇਰੇ ਮੇਰੇ ਸੁਰੱਖਿਅਤ ਮਾਹੌਲ ਹੈ। ਤੁਸੀਂ ਕਦੇ ਮਾਂ ਦੀ ਗੋਦ ਵਿੱਚ ਕਿਸੇ ਨੇ ਬੱਚਾ ਦੇਖਿਆ ਹੋਏ? ਸੜਕਾਂ ਦੇ ਕਿਨਾਰੇ ਇੱਟਾਂ ਵੀ ਢੋਂਦੀਆਂ, ਕੰਮ ਕਰਦੀਆਂ, ਸੜਕਾਂ ਬਣਾਉਂਦੀਆਂ, ਪਿੱਠ ਪਿੱਛੇ ਹੀ ਬੱਚਾ ਪਾਇਆ ਹੁੰਦਾ ਤੇ ਉਹ ਮਸਤ ਸੁੱਤਾ ਹੁੰਦਾ, ਉਹ ਲਪੇਟਿਆ ਜਾਂ ਵਿੱਚ ਵਾੜਿਆ, ਆਪਣੇ ਗਲੇ ਦੁਆਲੇ ਬੰਨਿਆ ਚੁੰਨੀ ਦੇ ਵਿੱਚ, ਤੇ ਕੰਮ 'ਚ ਜੁਟੇ ਰਹੇ। ਇਸੇ ਤਰ੍ਹਾਂ ਗੋਦ ਵਿੱਚ ਪਿਆ, ਕਿਵੇਂ ਹੀ ਲਟਕਿਆ ਫਿਟਕਿਆ, ਜੋ ਮਰਜ਼ੀ ਹੋਇਆ ਹੋਵੇ ਬੱਚਾ, ਪਰ ਉਹਨੂੰ ਜਦੋਂ ਅਸੀਂ ਇੰਝ ਕੱਸ ਕੇ ਫੜਿਆ ਤੇ ਉਹ ਆਰਾਮ ਨਾਲ ਪੂਰੀ ਨੀਂਦਰ ਲੈ ਲੈਂਦਾ। ਜੀ ਹੁਣ ਦੇਖੋ ਕਿੰਨੀ ਕਮਾਲ ਦੀ ਚੀਜ਼ ਉਹਨਾਂ ਨੇ ਦੇਖੀ ਕਿ ਇਹ ਖੋਜ
ਤੇ ਜਦੋਂ ਨਵ ਜੰਮੇ ਬੱਚੇ ਦੇ ਵਿੱਚ ਇਸ ਤਰ੍ਹਾਂ ਕੰਪੇਅਰ ਕੀਤਾ ਗਿਆ ਤਾਂ ਦੇਖਿਆ ਗਿਆ ਸਰੀਰ ਨੂੰ ਉਸੇ ਹੀ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ, ਮੈਂ ਮਾਂ ਦੀ ਗੋਦ 'ਚ ਆਂ, ਮੈਂ ਬੜੇ ਪਿਆਰੇ ਨਿੱਘੇ ਇੱਕ ਥਾਂ ਤੇ ਪਿਆ ਜਿੱਥੇ ਮੈਂ ਸੁਰੱਖਿਅਤ ਹਾਂ, ਮੇਰੀ ਉਹਦੇ 'ਚ ਘਬਰਾਹਟ ਨਹੀਂ ਹੋ ਰਹੀ, ਮੈਨੂੰ ਕੋਈ ਤਣਾਅ ਨਹੀਂ ਹੈ, ਮੈਂ ਬਹੁਤ ਪਿਆਰੀ ਜੀ ਥਾਂ ਤੇ, ਕੋਜ਼ੀ ਦੀ ਥਾਂ ਤੇ ਮੈਂ ਲਿਪਟ ਗਿਆ, ਜਿਸ ਤੇ ਮੈਨੂੰ ਹਲਕਾ ਜਿਹਾ ਦਬਾਅ ਪਾ ਕੇ ਆਪਣੀ ਗੋਦ ਵਿੱਚ ਜਿਵੇਂ ਕਿਸੇ ਨੇ ਲੁਕਾ ਲਿਆ। ਤਾਂ ਬਿਲਕੁਲ ਸਿਮਿਲਰ ਅਹਿਸਾਸ ਵੇਖਿਆ ਗਿਆ, ਜਿਸ ਕਾਰਨ ਪਹਿਲੀ ਵਾਰ ਇਸ ਖੋਜ ਰਾਹੀਂ ਪਤਾ ਲੱਗਿਆ ਕਿ ਜਿਹੜੇ ਟਿਕ ਕੇ ਨਹੀਂ ਬਹਿ ਸਕਦੇ, ਔਟਿਜ਼ਮ ਜਾਂ ADHD ਦੇ ਮਰੀਜ਼ ਬੱਚੇ ਵੀ, ਜਦੋਂ ਉਹਨਾਂ ਨੂੰ ਇਹੀ ਟਰਾਇਲ ਦੇ ਕੇ ਵੇਖਿਆ ਗਿਆ ਕਿ ਭਾਰੀਆਂ ਰਜਾਈਆਂ ਮੱਥੇ ਤੇ ਪਿਆਰ ਨਾਲ ਚੁੰਮ ਕੇ ਜਦੋਂ ਉਹਨਾਂ ਨੂੰ ਇਸੇ ਤਰ੍ਹਾਂ ਲਪੇਟ ਕੇ ਸਵਾਇਆ ਗਿਆ, ਉਹਨਾਂ 'ਚ ਮੈਲੈਟੋਨਿਨ ਦੀ ਮਾਤਰਾ ਵੱਧ ਸੀ, ਬੜੇ ਪਿਆਰ ਨਾਲ ਉਹ ਸੌਂ ਸਕੇ। ਤੇ ਉਹਨਾਂ ਦੇ ਸਾਡੇ ਉਹੀ ਪੱਠੇ ਜਿਨ੍ਹਾਂ ਨੂੰ ਅਸੀਂ ਬਣਾ ਕੇ ਖਿਲਾਣਾ ਚਾਹ ਰਹੇ ਹਾਂ ਜਾਂ ਬਹੁਤ ਕੁਛ ਕਰਨਾ ਚਾਹੁੰਦੇ ਹਾਂ, ਉਹੀ ਪੱਠਿਆਂ ਨੂੰ ਇੱਕ ਪਿਆਰੀ ਜੀ ਜਦੋਂ ਕੋਈ ਸਹਿਲਾਉਂਦਾ ਆਰਾਮ ਨਾਲ ਲਪੇਟ ਕੇ ਜਿਹੜਾ ਤੁਹਾਨੂੰ ਦੇ ਦਿੰਦਾ ਜੇ, ਉਹਦੇ ਵਿੱਚ ਇਹ ਇੱਕ ਇਲਾਜ ਦੇ ਵਜੋਂ ਹੁਣ ਤੁਸੀਂ ਸਮਝ ਲਓ 3 ਗੁਣਾ ਰੇਟ ਤੇ ਉਹੀ ਰਜਾਈਆਂ ਜੇ ਦੁਕਾਨਾਂ 'ਚ ਤੁਸੀਂ ਜਰਮਨੀ ਜਾਂ ਸਵੀਡਨ ਵਰਗੇ ਥਾਂ ਤੇ ਇਹ ਮਿਲਣ ਲੱਗ ਜਾਣ ਤਾਂ ਮਾਇਨੇ ਰੱਖਦੀਆਂ ਨੇ। ਹੁਣ ਇਹਦੇ ਵਿੱਚ ਇੱਕ 7 ਸਮੁੰਦਰੋਂ ਪਾਰ ਵੀ ਆਪਾਂ ਸਫ਼ਰ ਜੋ ਕਰਦੇ ਨੇ, ਯਾਨੀ ਟਰੈਵਲ ਕਰਦੇ ਆ ਰਹੇ ਨੇ, ਅਮਰੀਕਾ ਤੋਂ ਕੈਨੇਡਾ ਤੋਂ, ਦਿਨ ਰਾਤ ਪੁੱਠਾ ਹੋ ਗਿਆ ਸਾਰਾ ਕੁਛ। ਬਾਜ਼ਾਰਾਂ ਵਿੱਚ ਦਵਾਈਆਂ ਮਿਲਦੀਆਂ ਨੇ ਮੈਲੈਟੋਨਿਨ ਦੀਆਂ, ਖਾਧੀਆਂ ਜਾ ਸਕਦੀਆਂ ਨੇ, ਜਿਹਦੇ ਨਾਲ ਕਈ ਜਣੇ 7 ਦਿਨ ਲੈ ਕੇ ਇਹਦੇ ਨਾਲ ਆਰਾਮ ਮਹਿਸੂਸ ਕਰਦੇ ਨੇ ਕਿ ਮੈਨੂੰ ਨੀਂਦਰ ਠੀਕ ਆ ਗਈ। ਹੁਣ ਉਹਨਾਂ ਵਿੱਚ ਵੀ ਇਹ ਟਰਾਇਲ ਕੀਤਾ ਗਿਆ ਸੀ ਕਿ ਜਿਨ੍ਹਾਂ ਨੂੰ ਰੈਸਟਿੰਗ ਫੇਜ਼, ਯਾਨੀ ਜਿਨ੍ਹਾਂ ਦੇ ਸਾਲ ਵਜੋਂ ਲੰਬੇ ਸਫ਼ਰ ਤੇ ਹਮੇਸ਼ਾ ਹੀ ਤੁਰੇ ਰਹਿੰਦੇ ਨੇ, ਤਾਂ ਉਹਨਾਂ ਨੂੰ ਵੀ ਇਹ ਐਡਵੋਕੇਟ ਡਾਕਟਰਸ ਨੇ ਕੀਤਾ ਕਿ ਰਾਦਰ ਤੁਸੀਂ ਇਹ ਦਵਾਈਆਂ ਖਾਈ ਜਾਣ ਨਾਲੋਂ ਟਰਾਈ ਕਰੋ, ਮੋਟੀ ਰਜਾਈ ਦੇ ਵਿੱਚ ਇਹਨਾਂ ਨੂੰ ਲਪੇਟ ਕੇ ਆਪਣੇ ਆਪ ਨੂੰ ਜ਼ਰਾ ਸੌਂ ਕੇ ਦੇਖੋ ਕਿਸ ਤਰੀਕੇ ਦਾ ਫਰਕ ਪੈਂਦਾ ਹੈ। ਉਹਨਾਂ ਵਿੱਚ ਵੀ ਤੁਸੀਂ ਕਮਾਲ ਦੇਖੋ ਕਿ ਜਿੰਨੀ ਗੋਲੀ ਨਾਲ ਉਹਨਾਂ ਨੂੰ ਫਰਕ ਪਿਆ ਸੀ, ਉਸ ਤੋਂ ਲਗਭਗ ਦੁੱਗਣਾ ਸਿਰਫ ਇੱਕ ਕੱਲੀ ਰਜਾਈ ਨਾਲ ਹੀ ਫਰਕ ਪੈ ਗਿਆ। ਸੋ ਇਹ ਇੰਟਰਸਟਿੰਗ ਖੋਜ ਜਿਨ੍ਹਾਂ ਵਿੱਚ ਮੈਂ ਇਹ ਦੱਸ ਦਿਆਂ ਕਿ ਜਦੋਂ ਅਸੀਂ ਸ਼ੋਰ ਸ਼ਰਾਬੇ ਦੇ ਵਿੱਚ, ਜਦੋਂ ਇਸ ਤਰੀਕੇ ਜਾਂ ਬਹੁਤ ਤਣਾਅ ਵਿੱਚ, ਬਹੁਤ ਸਟ੍ਰੈਸ ਵਿੱਚ, ਕਿਸੇ ਵੀ ਹਾਲ ਵਿੱਚ ਜਦੋਂ ਪਏ ਹੋਈਏ, ਤਾਂ ਇਹ ਇੱਕ ਅਹਿਮ ਨੁਕਤਾ ਜੇ ਜਿਹੜਾ ਅਸੀਂ ਆਪਣੇ ਘਰ ਵਿੱਚ ਮਾਂ ਜਾਂ ਪਿਓ ਹੁਣ ਨਹੀਂ ਹਨ ਤਾਂ ਮਾਂ ਦਾ ਨਿੱਘ ਇਸੇ ਤਰ੍ਹਾਂ ਰਜਾਈਆਂ ਦੇ ਵਿੱਚ ਅਸੀਂ, ਜਾਂ ਜਿਸ ਕੋਲ ਪੁਰਾਣੀਆਂ ਮਾਂ ਜਾਂ ਪਿਓ ਦੀਆਂ ਰਜਾਈਆਂ ਪਈਆਂ ਨੇ, ਉਹਨਾਂ ਕੋਲ ਤਾਂ ਕੁਦਰਤੀ ਸੁਗਾਤ ਹੀ ਸਮਝ ਸਕਦੇ ਹਾਂ ਕਿ ਵਰਤ ਕੇ ਵੇਖੋ, ਜਿੱਥੇ ਤੁਹਾਡੀ ਮਾਂ ਵਿੱਚ ਪਈ ਹੋਏਗੀ ਉਹਦਾ ਨਿੱਘ ਵੀ ਮਹਿਸੂਸ ਹੋਏਗਾ, ਪਰ ਉਹ ਤੁਹਾਡੇ ਪੱਠਿਆਂ ਨੂੰ ਜਦੋਂ ਇਸ ਤਰੀਕੇ ਦੀ ਭਾਰ ਹਲਕਾ ਜਿਹਾ ਜਦੋਂ ਤੁਸੀਂ ਉੱਤੇ ਪਏਗਾ, ਉਹ ਜ਼ਿਆਦਾ ਵਧੀਆ ਹੋ ਜਾਂਦਾ। ਮੈਲੈਟੋਨਿਨ ਲਗਾਤਾਰ ਖਾਣ ਦੇ ਨੁਕਸਾਨ ਜੇ, ਜਿਸ ਵਿੱਚ ਇਹ ਵੀ ਵੇਖਿਆ ਗਿਆ ਕਿ ਕਈ ਵਾਰ ਜੇ ਤੁਸੀਂ ਕਾਫੀ ਰੈਗੂਲਰ ਲੈ ਰਹੇ ਹੋ ਤੇ ਬੱਚਿਆਂ ਦੇ ਵਿੱਚ ਸਗੋਂ ਉਹਨਾਂ ਦੀ ਜਵਾਨੀ ਦੇ ਲੱਛਣ ਥੋੜੇ ਲੇਟ ਹੋ ਸਕਦੇ ਨੇ, ਇੱਥੋਂ ਤੱਕ ਕਿ ਕਈ ਵਾਰ ਦੇਖਿਆ ਗਿਆ ਕਿ ਇਹ ਤੁਹਾਡੀ ਸਰੀਰਕ ਇਨਸੂਲਿਨ ਤੱਕ ਵੀ ਘਟਾ ਦਿੰਦੀ ਹੈ, ਸੋ ਤੁਹਾਨੂੰ ਸ਼ੱਕਰ ਰੋਗ ਹੋਣ ਦਾ ਖਤਰਾ ਵੀ ਵੱਧ ਸਕਦਾ। ਸੋ ਰਾਦਰ ਦੈਨ ਮੈਲੈਟੋਨਿਨ ਦੀਆਂ ਗੋਲੀਆਂ ਖਾਈ ਜਾਣ ਨਾਲੋਂ ਬਹੁਤ ਅਹਿਮ ਹੈ ਕਿ ਜੇ ਤੁਸੀਂ ਇਹ ਟਰਾਈ ਕਰੋ, ਜੋ ਕਿ ਰੀਸੈਂਟ ਇਸ ਵੇਲੇ ਸਾਡੀ ਬੜੀ ਕਮਾਲ ਦੀ ਖੋਜ ਜੋ ਸਾਹਮਣੇ ਆ ਚੁੱਕੀ, ਜਿਸਨੇ ਇੱਕ ਤਹਿਲਕਾ ਹੀ ਮਚਾਇਆ, ਕਿਉਂਕਿ ਬਿਲਕੁਲ ਰੀਸੈਂਟ। ਹੁਣ ਇਹਦੇ ਵਿੱਚ ਜਿਹੜੀ ਹੋਰ ਮੈਂ ਅਹਿਮ ਚੀਜ਼ ਦੱਸ ਦਿਆਂ, ਜਿਹੜੀ ਪੱਠਿਆਂ ਦੇ ਵਾਸਤੇ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਕਿਵੇਂ ਅਸੀਂ ਆਪਣੇ ਪੱਠਿਆਂ ਨੂੰ ਮੇਨਟੇਨ ਕਰਨਾ, ਕਿਵੇਂ ਹਾਰਮੋਨ ਜਿਵੇਂ ਆਪਾਂ ਬਹੁਤ ਸਾਰੇ ਲੈਣ ਲੱਗ ਚੁੱਕੇ ਹੋਏ ਨੇ ਇਹਨਾਂ ਨੂੰ ਤਗੜੇ ਕਰਨ ਲਈ, ਉਹਦੀ ਥਾਂ ਤੇ ਕੁਝ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਪਣੀ ਸਰੀਰ ਨੂੰ ਦੇ ਜ਼ੋਰ ਨਾਲ ਉਹੀ ਜਿਹੀਆਂ ਐਕਸਰਸਾਈਜ਼ ਕੀਤੀਆਂ ਜਾਣ ਕਿ ਤੁਸੀਂ ਲਟਕ ਸਕਦੇ ਹੋ ਉੱਪਰ ਆਪਣਾ ਹੀ ਸਰੀਰ ਚੱਕ ਕੇ, ਜਾਂ ਤੁਸੀਂ ਆਪਣੀ ਲੇਟ ਕੇ ਪੈਰਾਂ ਨੂੰ ਉੱਤੇ ਜਾਂ ਥੱਲੇ, ਜਾਂ ਹਰ ਤਰ੍ਹਾਂ ਦੀਆਂ ਸਟ੍ਰੈਚਿੰਗ ਐਕਸਰਸਾਈਜ਼ ਜਿਸ 'ਚ ਪੁੱਠੇ ਲੇਟ ਕੇ ਵੀ ਤੁਸੀਂ ਉੱਪਰ ਹੋਣਾ, ਯਾਨੀ ਅਲੱਗ-ਅਲੱਗ ਐਕਸਰਸਾਈਜ਼ ਕਰਨੀਆਂ। ਇਹਨਾਂ ਦੇ ਨਾਲ ਹੁੰਦਾ ਕੀ ਹੈ, ਤੁਹਾਡੇ ਕੁਦਰਤੀ ਹਾਰਮੋਨ ਜੇ ਰੈਗੂਲਰ ਰੂਟੀਨ ਵਿੱਚ ਕਿਸੇ ਵੀ ਉਮਰ ਵਿੱਚ ਤੁਸੀਂ 40 ਮਿੰਟ ਹਰ ਰੋਜ਼ ਹਫ਼ਤੇ ਵਿੱਚ 5 ਦਿਨ ਇਸੇ ਤਰੀਕੇ ਜੇ ਤੁਸੀਂ ਆਪਣੇ ਹਰ ਕਿਸਮ ਦੇ ਪੱਠੇ, ਯਾਨੀ ਹੋਰ ਕੁਝ ਵੀ ਨਾ ਹੋਏ, ਹੁਣ ਉੱਲੂ ਦੇ ਪੱਠੇ ਨਹੀਂ, ਪੱਠੇ ਯਾਨੀ ਤੁਸੀਂ
ਆਪਣੀ ਇਸੇ ਤਰ੍ਹਾਂ ਕੋਈ ਚੀਜ਼ ਜਾਂ ਕਿਤਾਬ ਹੀ ਇੰਜ ਚੁੱਕ ਕੇ ਤੁਸੀਂ ਬਾਂਹ ਐਕਸਟੈਂਡ ਕਰਕੇ ਉੱਪਰ ਥੱਲੇ ਇੰਜ ਹੀ ਕਰ ਲਓਗੇ, ਉਹ ਹੂੰ ਬਹੁਤ ਜੇ ਇੱਕ ਹਲਕੀ ਜਿਹੀ ਤੁਸੀਂ ਦੇਖੋਗੇ ਕਿ ਉਸੇ ਨੂੰ ਤੁਸੀਂ ਪਹਿਲੇ 10 ਜਾਂ 15 ਵਾਰ ਕਹੋਗੇ ਇਹ ਕੀ ਹੈ, ਕੁਝ ਵੀ ਨਹੀਂ ਜ਼ੋਰ ਪਿਆ। ਪਰ ਹੂੰ ਉਸੇ ਚੀਜ਼ ਨੂੰ ਜਦੋਂ ਤੁਸੀਂ 10 15 20 ਜਾਂ 25 ਵਾਰ ਕਰੋਗੇ, ਤੁਹਾਨੂੰ ਦਿਖਣ ਲੱਗ ਜਾਂਦਾ ਹੈ ਕਿ ਇਹ ਵਾਕਈ ਤੁਹਾਡੀ ਸਟ੍ਰੈਸ ਦਿੰਦਾ ਹੈ। ਇਸ ਨਾਲ ਇੱਕ ਹੂੰ ਨਿੱਕੀ ਜਿਹੀ ਅਸਲ ਹੁਣ ਘਟਨਾ ਵੀ ਨਿੱਕੀ ਜਿਹੀ 1 ਮਿੰਟ ਦੀ ਜੇ ਇਜਾਜ਼ਤ ਦਿਓ ਵੀ ਸਾਂਝੀ ਕਰਦੇ ਹਾਂ, ਬੜੀ ਜੀ ਕਮਾਲ ਦੀ ਉਹਦੇ ਵਿੱਚ ਵੀ ਖੋਜ ਹੀ ਆਈ। ਜੀ ਦਰਅਸਲ ਹੁੰਦਾ ਕੀ ਜੇ ਕਿ ਕਿਸੇ ਨੂੰ ਇਸੇ ਤਰ੍ਹਾਂ ਖਿਝ ਬਹੁਤ ਆਂਦੀ ਸੀ ਜਾਂ ਬਹੁਤ ਗੁੱਸੇ ਹੁੰਦੇ ਰਹਿੰਦੇ ਸਨ, ਤੇ ਫਿਰ ਆਪਣਾ ਕੰਮ ਲੈ ਜਾਣ। ਕੋਈ ਅਫਸਰ ਸਨ ਇਸੇ ਤਰ੍ਹਾਂ ਜਿਨ੍ਹਾਂ ਦੇ ਜੀ ਹੇਠੇ ਮਤਹਿਤ ਕੰਮ ਕਰਦੇ ਸਾਰੇ ਹੀ ਔਖੇ ਸਨ। ਹੂੰ ਇਹ ਬਹੁਤ ਜ਼ਿਆਦਾ ਹੀ ਸਾਰਾ ਦਿਨ ਖਿਝੇ ਰਹਿੰਦੇ ਨੇ, ਖਰੇ ਘਰੋਂ ਲੜਾਈ ਕਰਕੇ ਆਉਂਦੇ ਨੇ, ਕੀ ਹੈ ਜੋ ਵੀ। ਸੋ ਹੂੰ ਉਹਨਾਂ ਨੇ ਇੱਕ ਨੁਕਤਾ ਲੱਭਿਆ ਕਿ ਉਹਨਾਂ ਦੇ ਅੱਗੋਂ ਕੋਈ ਉਸਤਾਦ ਸਨ ਜਿਹੜੇ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਕੋਈ ਨਾ ਮੈਂ ਦੇਖਦਾ। ਦਫ਼ਤਰ ਗਏ ਤੇ ਉਹਨਾਂ ਨੂੰ ਕਹਿਣ ਲੱਗੇ ਆ ਚਮਚਾ ਖਾਲੀ ਨਾ ਇਸ ਤਰ੍ਹਾਂ ਹੱਥ ਸਿੱਧਾ ਕਰਕੇ ਇਸ ਤਰ੍ਹਾਂ ਪਕੜ ਕੇ 2 ਮਿੰਟ ਖੜਾ ਹੋ ਜਾ। ਹੂੰ ਤੇ ਉਹ ਕਹਿੰਦਾ ਜੀ ਇਹ ਕਿਉਂ? ਕਹਿੰਦਾ ਕਰ ਤਾਂ ਸਹੀ। ਉਹ ਚਮਚਾ ਫੜ ਕੇ ਖੜੇ ਰਹੇ, ਕਹਿੰਦੇ ਹਾਂ ਕੁਝ ਵੀ ਨਹੀਂ ਠੀਕ ਹੈ। ਕਹਿੰਦੇ ਥੋੜੀ ਦੇਰ ਹੋਰ, ਥੋੜੀ ਦੇਰ ਹੋਰ। ਹੁਣ ਉਹ ਆਰਾਮ ਨਾਲ ਖੜੇ ਰਹੇ, ਕੋਈ ਫਰਕ ਨਹੀਂ ਸੀ ਪਿਆ। ਪਰ ਜਦੋਂ ਲੱਗਿਆ ਵੀ 20 ਕੁ ਮਿੰਟ ਬਾਂਹ ਤਾਂ ਜਵਾਬ ਦੇਣ ਲੱਗ ਗਈ, ਉਹ ਚਮਚੇ ਦਾ ਭਾਰ ਵੀ ਲੱਗੇ ਵੀ ਓਹੋ ਇੰਨਾ ਭਾਰਾ, ਇਹ ਤਾਂ ਹੋਰ ਨਹੀਂ ਚੱਕਿਆ ਜਾ ਸਕਦਾ ਬਸ। ਤੇ ਉਹ ਕਹਿਣ ਲੱਗੇ ਕਾਕਾ ਜੇ ਇੱਕ ਚਮਚਾ ਜਿਹੜਾ ਤੈਨੂੰ ਕੱਖ ਵੀ ਨਹੀਂ ਸੀ ਲੱਗਦਾ, ਇਹ ਵੀ 20 ਮਿੰਟ ਤੂੰ ਬਾਂਹ ਸਿੱਧੀ ਕਰਕੇ ਖੜ ਕੇ ਫੜ ਨਹੀਂ ਸਕਦਾ, ਖਾਲੀ ਚਮਚਾ, ਤਾਂ ਸੋਚ ਦਿਮਾਗ ਦੇ ਵਿੱਚ ਜਿਹੜਾ ਸਾਰਾ ਦਿਨ ਦਾ ਤਣਾਅ ਭਰ ਕੇ ਲਗਾਤਾਰ ਮੂੰਹ ਰਾਹੀਂ ਕੱਢੀ ਜਾ ਰਿਹਾ, ਇਹ ਤੇਰੇ ਉੱਤੇ ਕਿੰਨਾ ਮਾੜਾ ਅਸਰ ਪਾਏਗਾ। ਸੋ ਹੂੰ ਕੋਸ਼ਿਸ਼ ਕਰ ਕਿ ਇਹ ਪੱਠਿਆਂ ਦੀ ਥਕਾਨ ਦੱਸਦੀ ਹੈ ਕਿ ਤੇਰੇ ਦਿਮਾਗ ਦੇ ਅੰਦਰਲੇ ਕਨੈਕਸ਼ਨ ਵੀ ਇੰਨੀ ਗੰਦਗੀ, ਇੰਨਾ ਸਾਰਾ ਭਰ ਕੇ ਤੇਰੀ ਤਬਾਹੀ ਦੇ ਮੰਜ਼ਰ ਵੱਲ ਲਿਜਾ ਰਹੇ ਨੇ, ਮਰ ਜਾਏਗਾ। ਬਸ ਜੀ ਕਰ, ਕਦੇ ਜੀ ਮੁਸਕਰਾ ਕੇ ਵੇਖ, ਦੇਖ ਤੈਨੂੰ ਚੁਫੇਰੇ ਕਿਸ ਤਰੀਕੇ ਦਾ ਮਾਹੌਲ ਦਿਸੇਗਾ। ਜਿਹਨੂੰ ਅੱਜ ਝਿੜਕ ਕੇ ਕੰਮ ਕਰਵਾ ਰਿਹਾ ਨਾ, ਉਹਨੂੰ ਕਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਹੀ ਤੇਰੇ ਘਰ ਵਿੱਚ ਕੀ ਤਕਲੀਫ ਹੈ, ਕੋਈ ਹੂੰ ਲੋੜ ਹੈ, ਲਿਆ ਮੈਂ ਵੀ ਤੇਰਾ ਮਦਦ ਕਰ ਦਿੰਨਾ। ਉਸ ਤੋਂ ਬਾਅਦ ਤੈਨੂੰ ਇਹ ਨਹੀਂ ਕਹਿਣ ਦੀ ਲੋੜ ਪੈਣੀ ਭਾਈ ਤੂੰ ਖੜਾ ਕਿਉਂ ਨਹੀਂ ਸੀ ਇੱਥੇ, ਤੂੰ ਕੰਮ ਕਿਉਂ ਨਹੀਂ ਸੀ ਕਰ ਰਿਹਾ। ਉਹ ਚਾਹ ਨਾਲ ਕਰੇਗਾ ਵੀ, 2 ਲਫ਼ਜ਼ ਤੇਰੇ ਬਾਰੇ ਚੰਗਾ ਵੀ ਬੋਲੇਗਾ, ਮੁਸਕਰਾ ਕੇ ਤੇਰੇ ਆਏ ਗਏ ਤੇ ਦਰਵਾਜ਼ਾ ਵੀ ਖੋਲੇਗਾ, ਤੇ ਠੋਕ ਕੇ ਸਲਾਮ ਵੀ ਮਾਰੇਗਾ ਜੋ ਦਿਲੋਂ ਵੱਜੀ ਹੋਏਗੀ, ਨਾ ਕਿ ਗਾਲ ਕੱਢ ਕੇ ਕਿ ਜੀ ਉੱਲੂ ਦਾ ਪੱਠਾ ਜਾ ਰਿਹਾ। ਇਹ ਹੂੰ ਪੱਠਿਆਂ ਦੀ ਵਰਤੋਂ ਥੋੜੀ ਜਿਹੀ ਵਧੀਆ ਕਰੀਏ ਤਾਂ ਅਸੀਂ ਕਾਫੀ ਤਬਦੀਲੀ ਲਿਆ ਸਕਦੇ। ਜੀ ਜੀ ਮੈਮ ਬਿਲਕੁਲ। ਤਾਂ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਸਮਝ ਆ ਗਿਆ ਹੋਵੇਗਾ ਕਿ ਪੱਠਿਆਂ ਦਾ ਸਾਡੇ ਸਰੀਰ ਦੇ ਵਿੱਚ ਬਹੁਤ ਅਹਿਮ ਯੋਗਦਾਨ ਹੈ, ਪਰ ਉਹਨਾਂ ਨੂੰ ਵਰਤੋਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ, ਉਹਨਾਂ ਦੀ ਸਾਂਭ ਸੰਭਾਲ ਅਸੀਂ ਕਿਸ ਤਰੀਕੇ ਦੇ ਨਾਲ ਕਰਨੀ ਹੈ, ਕਿਹੜੀ ਭੋਜਨ ਸਾਡੇ ਲਈ ਬੇहद ਜ਼ਰੂਰੀ ਹੈ, ਜਾਂ ਕਿਸ ਤਰੀਕੇ ਦੀਆਂ ਦਵਾਈਆਂ ਨੇ, ਕਿਸ ਤਰੀਕੇ ਦੇ ਪ੍ਰੋਟੀਨ ਨੇ, ਜਾਂ ਕਿਸ ਤਰੀਕੇ ਦੇ ਪਾਊਡਰ ਨੇ ਜੋ ਅਸੀਂ ਯੂਜ਼ ਕਰਦੇ ਹਾਂ, ਉਹ ਯੂਜ਼ ਨਹੀਂ ਕਰਨੇ ਚਾਹੀਦੇ ਕਿਉਂਕਿ ਉਹਨਾਂ ਦਾ ਬੇहद ਨੁਕਸਾਨ ਹੋ ਜਾਂਦਾ। ਕਿਉਂਕਿ ਪੱਠਿਆਂ ਦਾ ਢਿੱਲਾ ਪੈ ਜਾਣਾ, ਪੱਠਿਆਂ ਦਾ ਖਤਮ ਹੋ ਜਾਣਾ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੋਏਗਾ। ਤਾਂ ਮੈਮ ਸਾਡੇ ਕੋਲੇ ਸਮਾਂ ਥੋੜਾ ਜਿਹਾ ਹੋਰ ਬਾਕੀ ਬਚਿਆ, ਤੇ ਅੱਜ ਦਰਸ਼ਕਾਂ ਨੂੰ ਜਾਂਦੇ ਜਾਂਦੇ ਤੁਸੀਂ ਕੋਈ ਟੋਟਕਾ ਜ਼ਰੂਰ ਦੇ ਜਾਓ। ਜੀ ਜ਼ਰੂਰ। ਉਸ ਤੋਂ ਪਹਿਲਾਂ ਇੱਕ ਅਹਿਮ ਚੀਜ਼ ਹੋਰ ਦੱਸ ਦਿਆਂ। ਜੀ ਜਿਹੜੇ ਅਸੀਂ ਕਈ ਤਰ੍ਹਾਂ ਦੇ ਲੈ ਰਹੇ ਹਾਂ, ਜਿਵੇਂ ਟੈਸਟੋਸਟੇਰੋਨ, ਐਨਾਬੋਲਿਕ ਸਟੀਰੋਇਡਸ, ਗਰੋਥ ਹਾਰਮੋਨ ਵਗੈਰਾ ਨੇ, ਉਹਨਾਂ 'ਚ ਇੱਕ ਖਿਆਲ ਕਰਿਓ ਕਿ ਯੂਰੋਕਾਰਟਿਨ ਜੋ ਪਹਿਲਾਂ ਨਹੀਂ ਸੀ, ਹੁਣ ਇਸ ਵੇਲੇ ਨਵੀਂ ਸ਼ੁਰੂ ਹੋ ਕੇ ਜੋ ਕਾਫੀ ਵਰਤੋਂ ਵਿੱਚ ਸਾਡੇ ਨੌਜਵਾਨ ਬੱਚੇ ਕਰਨ ਲੱਗ ਪਏ ਨੇ। ਹੂੰ ਆਨਲਾਈਨ ਵੀ ਇਹ ਮੰਗਵਾ ਲੈਂਦੇ ਨੇ, ਬਾਜ਼ਾਰਾਂ 'ਚੋਂ ਵੀ ਖੁੱਲੇ ਮਿਲ ਰਹੀ ਹੈ। ਥੋੜਾ ਜਿਹਾ ਖਿਆਲ ਰੱਖਿਓ, ਯੂਰੋਕਾਰਟਿਨ ਜੀ ਇਹ ਬਿਲਕੁਲ ਨਹੀਂ ਵਰਤਣੀ ਚਾਹੀਦੀ। ਇਹ ਕਾਫੀ ਤਗੜਾ ਨੁਕਸਾਨ ਕਰ ਦਿੰਦੀ ਹੈ। ਤੁਹਾਨੂੰ ਇਮੀਡੀਏਟ ਤੁਹਾਡੀਆਂ ਮਸਲਸ ਦਿਸਣਗੀਆਂ ਵੀ ਬਹੁਤ ਤਗੜੀਆਂ ਬਣਨ ਲੱਗ ਗਈਆਂ, ਪਰ ਉਹ ਜਿਸ ਵੀ ਕਿਸੇ ਤੇ ਇੰਪ੍ਰੈਸ਼ਨ ਤੁਸੀਂ ਪਾਉਣਾ ਚਾਹੁੰਦੇ ਹੋ ਵਕਤੀ ਜੇ, ਤੁਹਾਡੀ ਜ਼ਿੰਦਗੀ ਘੱਟੋ ਘੱਟ 30 ਸਾਲ ਛੋਟੀ ਹੋ ਸਕਦੀ ਜੇ। ਤਾਂ ਖਿਆਲ ਰੱਖਿਓ ਕਿ ਬੱਚੇ ਇਹ ਚੀਜ਼ ਨਾ ਵਰਤਣ ਤਾਂ ਬਹੁਤ ਅਹਿਮ ਜੇ। ਨੁਕਤੇ ਜਿਵੇਂ ਤੁਸੀਂ ਹਰ ਵਾਰ ਕਹਿੰਦੇ ਹੋ, ਅੱਜ ਜ਼ਰੂਰ ਦੱਸਦੀ ਹਾਂ। ਮੈਨੂੰ ਖਾਸ ਤੌਰ ਤੇ ਕੱਲ ਹੀ ਫੋਨ ਆਇਆ ਸੀ ਇੰਗਲੈਂਡ ਤੋਂ, ਜੀ ਜਿਹੜੇ ਬੜੇ ਮੈਨੂੰ ਤਾਂ ਉਹਨਾਂ ਨੇ ਬਹੁਤ ਤੁਹਾਡੀ ਵੀ ਤਾਰੀਫ ਕੀਤੀ, ਪ੍ਰੋਗਰਾਮ ਵੀ ਪਸੰਦ ਕੀਤਾ, ਦਿਲੋਂ ਧੰਨਵਾਦ ਉਹਨਾਂ ਦਾ। ਤੇ ਉਹ ਕਹਿਣ ਲੱਗੇ ਤੁਸੀਂ ਰਾਗੀ ਦੀ ਇੱਕ ਵਾਰ ਗੱਲ ਕੀਤੀ ਸੀ, ਜੀ ਤੇ ਮੈਂ ਆਪਣੇ ਗੋਡੇ ਵੀ ਠੀਕ ਕਰ ਲਏ ਨੇ, ਮੇਰੇ ਇਸ ਵੇਲੇ ਬਹੁਤ ਬੈਕ ਏਕ ਹੁੰਦੀ ਸੀ ਉਹ ਵੀ ਠੀਕ ਹੋ ਚੁੱਕੀ, ਮੇਰੇ ਚਮੜੀ ਦੇ ਕੁਝ ਨੁਕਸ ਹਨ ਉਹ ਵੀ ਠੀਕ ਹੋ ਚੁੱਕੇ। ਜੋ ਉਹਨਾਂ ਨੇ ਇੱਕ ਨੁਸਖਾ ਦੱਸਿਆ ਮੈਂ ਸਾਂਝਾ ਕਰਦੀ ਹਾਂ। ਜੀ ਕਹਿੰਦੇ ਰੋਟੀ ਨਹੀਂ ਸੀ ਖਾਧੀ ਜਾਂਦੀ, ਕਈ ਵਾਰ ਬਾਹਰਲੇ ਮੁਲਕਾਂ ਦੇ
ਨਹੀਂ ਵੀ ਖਾਂਦੇ, ਬੱਚੇ ਬੜੇ ਜ਼ਿੱਦ ਕਰਨ ਲੱਗ ਜਾਂਦੇ ਨੇ। ਤੇ ਉਹਨਾਂ ਦੀ ਹੁਣ ਅੱਗੋਂ ਬੇਟੀ ਦੇ ਵੀ ਉਹ ਪ੍ਰੈਗਨੈਂਸੀ ਸੀ ਤੇ ਉਹ ਕਹਿੰਦੇ ਉਹ ਵੀ ਚੀਜ਼ਾਂ ਨਹੀਂ ਖਾ ਰਹੀ, ਸੋ ਇੱਕ ਨੁਸਖਾ ਉਹਨਾਂ ਨੇ ਦੱਸਿਆ ਕਿ ਰਾਗੀ ਸਾਬਤ ਲੈ ਲਓ, ਹੂੰ। ਉਸ ਨੂੰ ਜਦੋਂ ਤੁਸੀਂ ਭਿਉਂ ਦਿੰਦੇ ਹੋ ਤਾਂ ਉਹਦੇ ਵਿੱਚ ਥੋੜਾ ਜਿਹਾ ਨਾਲ ਇਸੇ ਤਰ੍ਹਾਂ ਕੋਧਰੇ ਦੇ ਵੀ ਇਸੇ ਤਰ੍ਹਾਂ ਹੀ ਦੋਨਾਂ ਨੂੰ ਇਕੱਠੇ ਭਿਉਂ ਕੇ ਉਹ ਨਰਮ ਹੋ ਜਾਂਦੇ ਨੇ ਤੇ ਉਹਨਾਂ ਨੂੰ ਮਿਕਸੀ 'ਚ ਇੱਕ ਵਾਰ ਗ੍ਰਾਈਂਡ ਥੋੜਾ ਜਿਹਾ ਕਰਕੇ ਟਿੱਕੀਆਂ ਬਣਾ ਲਓ, ਉਹਦੇ ਵਿੱਚ ਹੀ ਪਾਲਕ ਥੋੜੀ ਜਿਹੀ ਮਿਕਸ ਕਰਕੇ, ਥੋੜੇ ਜਿਹੇ ਕਾਰਨਸ ਮਿਕਸ ਕਰਕੇ ਤੇ ਉਹ ਉਹਨਾਂ ਨੂੰ ਜਿਵੇਂ 에ਅਰ ਫਰਾਇਰ ਦੇ ਵਿੱਚ ਹੀ, ਤਾਂ ਕਿ ਘੱਟ ਘਿਓ ਹੋਏ, ਤਲ ਕੇ ਨਾ ਬਣਾਈਆਂ ਜਾਣ। ਉਹ ਕਹਿੰਦੇ ਇੰਨੀਆਂ ਕ੍ਰਿਸਪ, ਇੰਨੀਆਂ ਟੇਸਟੀ ਬਣਦੀਆਂ ਨੇ। ਜਿਹਦੇ ਵਿੱਚ ਹਲਕਾ ਜਿਹਾ ਵੇਸਣ ਮਿਕਸ ਕਰਨਾ ਉਹ ਵੀ ਪਾ ਲਓ ਤੇ ਉਹ ਤੁਹਾਡੇ ਜਿਵੇਂ ਬਾਜ਼ਾਰੀ ਤੁਸੀਂ ਲੈਂਦੇ ਹੋ ਚੀਜ਼ਾਂ ਉਸ ਤੋਂ ਵੀ ਜ਼ਿਆਦਾ ਵਧੀਆ। ਤੇ ਕਹਿੰਦੇ ਮੈਂ ਬਣਾ ਕੇ ਇੱਕ ਵਾਰ ਇਹੋ ਜਿਹੇ ਰੱਖ ਦਿੰਦੀ ਹਾਂ, ਉਹ ਬੱਚੇ ਆਉਂਦੇ ਜਾਂਦੇ ਸਾਰੇ ਫਟਾਫਟ 2-2 ਬਿਸਕਿਟਸ ਦੀ ਥਾਂ ਤੇ ਵੀ ਉਹੀ ਖਾਣ ਲੱਗ ਗਏ ਨੇ। ਤੇ ਸਾਡੇ ਘਰਾਂ ਵਿੱਚੋਂ ਤਾਂ ਕਹਿੰਦੇ ਡਾਇਬਟੀਜ਼ ਦਾ ਬਹੁਤ ਤਗੜਾ ਸੀ ਸਾਡੇ ਟੱਬਰ ਵਿੱਚ ਚੱਲ ਰਿਹਾ ਤੇ ਅਸੀਂ ਸਾਰੇ ਬਚੇ ਪਏ ਆ, ਸਾਨੂੰ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਵੀ ਨਹੀਂ ਹੋਈ। ਉਹਨਾਂ ਦੇ ਹਸਬੈਂਡ ਨੂੰ ਬਲੱਡ ਪ੍ਰੈਸ਼ਰ ਸੀ, ਉਹ ਵੀ ਕੰਟਰੋਲ ਹੋਣ ਲੱਗ ਗਿਆ, ਸੋ ਅਸੀਂ ਸਾਰੇ ਚੁਸਤ ਦਰੁਸਤ ਆ। ਸੋ ਇਹ ਕਹਿੰਦੇ ਸੀ ਦੱਸ ਦਿਓ ਉਹ ਲੋਕ ਜਿਹੜੇ ਪਰੌਂਠਾ ਜਾਂ ਫੁਲਕਾ ਨਹੀਂ ਖਾਣਾ ਚਾਹੁੰਦੇ ਰਾਗੀ ਦੇ ਆਟੇ ਦਾ, ਉਹ ਇਸ ਤਰੀਕੇ ਦੀਆਂ ਟਿੱਕੀਆਂ ਵੀ ਬਣਾ ਸਕਦੇ ਨੇ। ਤੇ ਇਸੇ ਤਰੀਕੇ ਰਾਗੀ ਤਾਜ਼ੀ ਨੂੰ ਜੇ ਤੁਸੀਂ ਲੈ ਕੇ ਬਿਨਾਂ ਪੀਸੀ ਹੋਈ ਜਿਹੜੀ ਉਹਨੂੰ ਭਿਉਂ ਕੇ ਰੱਖ ਕੇ ਉਹਦੇ ਬੜਾ ਕਮਾਲ ਦਾ ਤੁਸੀਂ ਜਿਵੇਂ ਸੂਜੀ ਦੀ ਬਣਾਉਂਦੇ ਉਸੇ ਤਰ੍ਹਾਂ ਕੜਾਹ ਬੜਾ ਟੇਸਟੀ ਬਣ ਜਾਂਦਾ ਜੇ। ਸੋ ਤੁਸੀਂ ਜੇ ਹੋਰ ਕੁਝ ਖਾਧਾ ਤਾਂ ਤੁਸੀਂ ਖਾਣੇ ਤੋਂ ਬਾਅਦ ਇਸ ਚੀਜ਼ ਨੂੰ ਵੀ ਵਰਤ ਸਕਦੇ ਹੋ, ਯਾਨੀ ਕਿਸੇ ਹੀ ਤਰੀਕੇ ਸਹੀ ਰਾਗੀ ਤਾਂ ਸਾਨੂੰ ਲੈਣੀ ਪੈਣੀ ਹੈ ਜੇ ਅਸੀਂ ਤੰਦਰੁਸਤ ਰਹਿਣਾ, ਕਿਉਂਕਿ ਕਰਨਾਟਕ ਵਿੱਚ ਵੀ ਉਹਨਾਂ ਨੇ ਜੜੋਂ ਖਤਮ ਕਰ ਦਿੱਤੀ ਹੈ ਕਿ ਸਾਡੇ ਨਾ ਤਾਂ ਸ਼ੂਗਰ ਹੈ, ਨਾ ਬਲੱਡ ਪ੍ਰੈਸ਼ਰ ਹੈ, ਨਾ ਗੋਡਿਆਂ ਦੀ ਤਕਲੀਫ। ਅਸੀਂ ਤਾਂ ਹੁਣ ਪੂਰੀ ਤਰ੍ਹਾਂ 9/9, ਕਿਉਂਕਿ ਉਹਨਾਂ ਦੇ ਤਾਂ ਬਿਸਕੁਟ, ਬ੍ਰੈਡ, ਹਰ ਚੀਜ਼ ਰਾਗੀ ਦੀ ਜੇ। ਸੋ ਸਾਡੇ ਕੋਲ ਬ੍ਰੈਡ ਮੇਕਰਸ ਬਾਜ਼ਾਰ ਮਿਲਦੇ ਨੇ, ਰਾਗੀ ਦਾ ਆਟਾ ਪਾਓ, ਤੁਸੀਂ ਬ੍ਰੈਡ ਵੀ ਉਹਦੀ ਬਣਾ ਕੇ ਖਾ ਸਕਦੇ ਹੋ। ਸੋ ਸਾਰੀਆਂ ਚੀਜ਼ਾਂ ਹੀ ਤੁਹਾਡੇ ਕੋਲ ਘਰ ਨੇ। ਸੋ ਸਾਡੇ ਵੱਲੋਂ ਤਾਂ ਤੰਦਰੁਸਤੀ ਦਾ ਅਸੀਂ ਨੁਸਖਾ ਮੁਫਤ ਦੱਸ ਰਹੇ ਹਾਂ ਕਿ ਤੁਸੀਂ ਸ਼ੇਅਰ ਕਰੋ ਸਾਡਾ ਪ੍ਰੋਗਰਾਮ ਤਾਂ ਕਿ ਹੋਰ ਵੀ ਤੰਦਰੁਸਤ ਰਹਿ ਸਕਣ। ਤੇ ਸਾਡੇ ਵੱਲੋਂ ਤਾਂ ਦੁਆ ਹਮੇਸ਼ਾ ਗਲੋਬਲ ਟੀਵੀ ਦੇ ਸਮੂਹ ਟੱਬਰ ਵੱਲੋਂ ਇਹੀ ਹੋਏਗੀ, ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ। ਜੀ ਜੀ ਬਿਲਕੁਲ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਤਾਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਬਹੁਤ ਸਾਰੀਆਂ ਗੱਲਾਂ ਨੇ ਜੋ ਤੁਹਾਡੇ ਵੱਲੋਂ ਮਿਲਦੀਆਂ ਨੇ, ਜੋ ਤੁਸੀਂ ਟੌਪਿਕਸ ਦੱਸਦੇ ਹੋ ਕਿ ਅੱਜ ਆਪਾਂ ਇਸ ਟੌਪਿਕਸ 'ਤੇ ਗੱਲਬਾਤ ਕਰਨੀ ਹੈ ਜਾਂ ਅਸੀਂ ਇਸ ਬਿਮਾਰੀ ਬਾਰੇ ਪੁੱਛਣਾ ਜਾਂ ਕੋਈ ਵੀ ਜਾਣਕਾਰੀ ਚਾਹੁੰਦੇ ਹੁੰਦੇ ਹੋ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਉਹ ਜਾਣਕਾਰੀ ਹੈ ਜਿਹੜੀ ਜ਼ਰੂਰ ਪਹੁੰਚਾਈ ਜਾਵੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਦੱਸਿਆ ਕਿ ਮਸਲਸ ਦੇ ਕੀ ਕੰਮ ਨੇ, ਕਿਸ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ ਹਾਂ, ਉਹਨਾਂ ਦੀ ਤੰਦਰੁਸਤੀ ਦੇ ਲਈ ਕੀ ਕਰਨਾ ਚਾਹੀਦਾ। ਤੇ ਨਾਲ ਦੀ ਨਾਲ ਰਜਾਈਆਂ ਦਾ ਵੀ ਪਤਾ ਲੱਗ ਗਿਆ ਕਿਉਂਕਿ ਠੰਡ ਥੋੜੀ ਵਧਣੀ ਸ਼ੁਰੂ ਹੋ ਗਈ ਹੈ। ਗਰਮ ਰਜਾਈ 'ਚ ਸੌਣਾ ਹੈ ਤਾਂ ਰਜਾਈ ਪਤਲੀ ਹੋਣੀ ਚਾਹੀਦੀ ਹੈ ਜਾਂ ਮੋਟੀ ਹੋਣੀ ਚਾਹੀਦੀ ਹੈ, ਤੇ ਉਹਦੇ ਫਾਇਦੇ ਵੀ ਨੇ ਜਿਹੜੇ ਉਹ ਮੈਮ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਤੇ ਇਸ ਦੇ ਨਾਲ ਹੀ ਆਪਾਂ ਰਾਗੀ ਤੋਂ ਵੀ ਜਾਣੂ ਹੋਏ ਆ ਕਿ ਜੇਕਰ ਤੁਸੀਂ ਪਰਾਂਠਾ ਬਣਾ ਕੇ, ਰੋਟੀ ਬਣਾ ਕੇ ਨਹੀਂ ਖਾਣੇ ਚਾਹੁੰਦੇ ਤਾਂ ਉਸਨੂੰ ਟਿੱਕੀਆਂ ਬਣਾ ਕੇ ਵੀ ਖਾ ਸਕਦੇ ਹੋ, ਪ੍ਰਸ਼ਾਦ ਬਣਾ ਕੇ ਵੀ ਖਾ ਸਕਦੇ ਹੋ। ਸੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਫਿੱਟ ਬਹਿੰਦਾ, ਪਰ ਰਾਗੀ ਹੈ ਜਿਹੜੀ ਉਹ ਜ਼ਰੂਰ ਖਾਣੀ ਹੈ। ਕੋਸ਼ਿਸ਼ ਕਰੋ ਕਿ ਥੋੜੀ ਬਹੁਤ ਨਾਸ਼ਤੇ ਦੇ ਵਿੱਚ ਜਾਂ ਦਿਨ ਭਰ ਦੇ ਵਿੱਚ ਕਿਸੇ ਵੀ ਟਾਈਮ ਰਾਗੀ ਨੂੰ, ਕੋਧਰੇ ਨੂੰ ਲਿਆ ਜਾਵੇ, ਕਿਉਂਕਿ ਬਹੁਤ ਸਾਰੀਆਂ ਖੋਜਾਂ ਹੋਈਆਂ ਨੇ। ਤੇ ਖੋਜਾਂ ਤੋਂ ਪਹਿਲਾਂ ਵੀ ਜੇ ਅਸੀਂ ਆਪਣੇ ਵੱਡਿਆਂ ਦੀ ਗੱਲ ਕਰ ਲਈਏ ਤਾਂ ਉਹ ਵੀ ਕਹਿੰਦੇ ਨੇ ਕਿ ਜੋ ਅੱਜ ਕੱਲ੍ਹ ਦੇ ਖਾਣੇ ਨੇ ਇਹਨਾਂ ਦੇ ਨਾਲ ਹੀ ਜਿਹੜਾ ਸਰੀਰ ਹੈ ਉਸ ਦਾ, ਜਿਵੇਂ ਪੰਜਾਬੀ 'ਚ ਗੱਲ ਕਰਦੇ ਆ ਕਿ ਅਸੀਂ ਆਪਣਾ ਨਾਸ ਮਾਰ ਰਹੇ ਹਾਂ। ਪਰ ਪਹਿਲਾਂ ਵਾਲਾ ਸਮਾਂ ਹੁੰਦਾ ਸੀ ਜਦੋਂ ਬਾਜਰਾ ਖਾਂਦੇ ਸੀ, ਮੱਕੀ ਖਾਂਦੇ ਸੀ, ਕੋਧਰਾ ਖਾਂਦੇ ਸੀ, ਤਾਂ ਉਸ ਹਿਸਾਬ ਦੇ ਨਾਲ ਜੇ ਉਹੀ ਚੀਜ਼ਾਂ ਅਸੀਂ ਆਪਣੇ ਇੱਕ ਸਮੇਂ ਦੇ ਖਾਣੇ ਦੇ ਵਿੱਚ ਵੀ ਲੈ ਆਈਏ ਤਾਂ ਸਰੀਰ ਹੈ ਜਿਹੜਾ ਉਹ ਹਮੇਸ਼ਾ ਦੇ ਲਈ ਤੰਦਰੁਸਤ ਹੋ ਸਕਦਾ ਹੈ। ਜੋ ਅਜਿਹੀਆਂ ਬਿਮਾਰੀਆਂ ਪਹਿਲਾਂ ਕਦੇ ਸੁਣਨ ਨੂੰ ਨਹੀਂ ਸੀ ਮਿਲਦੀਆਂ, ਹੁਣ ਉਹਨਾਂ ਨੇ ਆਪਣੇ ਸਰੀਰ ਨੂੰ ਜਕੜ ਰੱਖਿਆ ਤਾਂ ਅਸੀਂ ਉਹਨਾਂ ਬਿਮਾਰੀਆਂ ਤੋਂ ਵੀ ਨਿਜਾਤ ਪਾ ਸਕਦੇ ਹਾਂ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ। ਤੇ ਰਾਗੀ ਕਿਹਨਾਂ ਨੇ ਟਰਾਈ ਕੀਤੀ ਆ ਉਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ, ਤੇ ਕੀ ਤੁਹਾਨੂੰ ਫਾਇਦੇ ਮਿਲੇ ਨੇ। ਤੁਸੀਂ ਆਪਣੇ ਸੁਝਾਅ ਸਾਨੂੰ ਦਿੰਦੇ ਰਿਹਾ ਕਰੋ ਕਿਉਂਕਿ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ। ਉਸ ਦੇ ਜ਼ਰੀਏ ਹੀ ਅਸੀਂ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰਨ ਦੇ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹੁੰਦੇ ਹਾਂ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।